ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਗੱਲ ਸਾਹਿਬ? ਬਿਕਰਮਜੀਤ ਸਿੰਘ ਮਜੀਠੀਆ ਨੇ ਬਹੁਤ ਵੱਡੇ ਨੌਆਂ ਵਾਲੇ ਜਿਹੜੇ ਵਕੀਲ ਨੇ ਉਹ ਲੈ ਕੇ ਉਹ ਮੋਹਾਲੀ 'ਚ ਪੇਸ਼ ਹੋਏ ਅਦਾਲਤ 'ਚ ਅਗਾਊਂ ਜ਼ਮਾਨਤ ਦੇ ਲਈ। ਕੀ ਗੱਲ ਬਣੀ ਜੀ ਉੱਥੇ? ਜੀ ਗਿੱਲ ਸਾਹਿਬ, ਦੇਖੋ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੂੰ ਇੱਕ ਵੱਡਾ ਝਟਕਾ ਲੱਗਿਆ। ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ ਔਰ ਇਸ ਮੌਕੇ ਦੇ ਉੱਤੇ ਦੋਨਾਂ ਧਿਰਾਂ ਦੇ ਵਿੱਚ ਕਾਫੀ ਜਿਰਾ ਹੋਈ। ਦਰਅਸਲ ਗਿੱਲ ਸਾਹਿਬ, ਆਮ ਤੌਰ ਦੇ ਉੱਤੇ ਐਂ ਹੁੰਦਾ ਹੈ, ਜੇ ਦੇਖਣਾ ਹੋਵੇ ਤਾਂ ਆਮ ਬੰਦੇ ਤੋਂ ਤਾਂ ਇੰਨੀ ਛੇਤੀ ਵਕੀਲ ਨਹੀਂ ਕਰਿਆ ਜਾਂਦਾ। 4-5 ਦਿਨ ਤਾਂ ਇਹ ਸੋਚਦਾ ਲੰਘਾਉਂਦਾ ਵੀ ਕਿਹੜਾ ਵਕੀਲ ਕਰੀਏ, ਕਿੱਥੇ ਵਕੀਲ ਕਰੀਏ, ਫਿਰ 2-4 ਦਿਨਾਂ ਨੂੰ ਪੁੱਛਦਾ ਕਿਹੜਾ ਕਰਾਂ। ਔਰ ਬਿਕਰਮਜੀਤ ਸਿੰਘ ਮਜੀਠੀਆ ਵਰਗੇ ਜਦੋਂ ਬੰਦਿਆਂ ਦੇ ਕੇਸ ਆਉਂਦੇ ਨੇ ਤਾਂ ਵਕੀਲਾਂ ਦੀਆਂ ਟੀਮਾਂ ਆਲਰੇਡੀ ਤਿਆਰ ਬੈਠੀਆਂ ਹੁੰਦੀਆਂ ਨੇ ਵੀ ਜੇ ਫਲਾਨੀ ਅਦਾਲਤ 'ਚ ਆਇਆ ਤਾਂ ਆਹ ਟੀਮ ਜਾਊ, ਜੇ ਹਾਈ ਕੋਰਟ 'ਚ ਹੋਇਆ ਤਾਂ ਆਹ ਟੀਮ ਹੋਊ, ਜੇ ਸੁਪਰੀਮ ਕੋਰਟ 'ਚ ਹੋਇਆ ਤਾਂ ਆਹ ਟੀਮ ਹੋਊਗੀ। ਆਪਾਂ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ ਦੇਖਿਆ ਗਾ ਕਿ ਸਲਮਾਨ ਖਾਨ ਵਰਗੇ ਨੂੰ ਜੇ ਮਾੜੀ ਮੋਟੀ ਸਜ਼ਾ ਵੀ ਹੋ ਜੇ ਧਨਾੜ ਬੰਦੇ ਨੂੰ ਤਾਂ ਨਾਲ ਦੀ ਨਾਲ ਟੀਮਾਂ ਜਾਂਦੀਆਂ ਨੇ ਰਾਤੇ ਰਾਤ। ਔਰ ਸੰਜੇ ਦੱਤ ਦਾ ਕੇਸ ਵੀ ਦੇਖਿਆ, ਈਵਨ ਪੈਂਚੀ ਵਰਗੇ ਵੀ ਦੇਖੇ ਨੇ। ਮਤਲਬ ਸਜ਼ਾ ਜੇ ਹੋ ਵੀ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਹੈ, ਫਿਰ ਵੀ ਸਲਾਖਾਂ ਤੋਂ ਬਾਹਰ ਤੁਰੇ ਫਿਰਦੇ ਨੇ। ਤਾਂ ਬਿਕਰਮਜੀਤ ਸਿੰਘ ਮਜੀਠੀਆ ਕਿਉਂਕਿ ਇੱਕ ਅਮੀਰ ਬੰਦਾ ਹੈ ਔਰ ਇਸ ਕੇਸ ਦੇ ਵਿੱਚ ਵੀ ਅਦਾਲਤ ਦੇ ਵਿੱਚ ਵਕੀਲਾਂ ਦੀ ਇੱਕ ਵੱਡੀ ਟੀਮ ਆ ਜਿਹੜੀ ਮੋਹਾਲੀ ਦੇ ਵਿੱਚ ਕੱਲ੍ਹ ਖੜੀ ਕਰ ਦਿੱਤੀ ਸੀ ਔਰ ਵਕੀਲਾਂ ਦੇ ਵੱਲੋਂ ਕੱਲ੍ਹ ਜਿਹੜਾ ਕੀਤੀ ਗਈ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਗਿਆ। ਅੱਜ ਫਿਰ ਪੰਜਾਬ ਸਰਕਾਰ ਪਹੁੰਚੀ ਔਰ ਇਹਦੇ ਵਕੀਲ ਪਹੁੰਚੇ। ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਬਹਿਸ ਵਾਸਤੇ ਤੋਂ ਬਾਅਦ ਅਦਾਲਤ ਨੇ ਇਹਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਹਨੂੰ ਖਾਰਜ ਕਰ ਦਿੱਤਾ ਹੈ। ਹੁਣ ਇਹਦੇ ਕੋਲੇ ਗਿੱਲ ਸਾਹਿਬ ਰਾਹ ਬਚਿਆ ਹਾਈ ਕੋਰਟ ਦਾ। ਦੇਖੋ ਹੁਣ ਇਹਦੀ ਟੀਮ ਹਾਈ ਕੋਰਟ ਪਹੁੰਚੂਗੀ। ਉਂਝ ਤੁਸੀਂ ਇਹ ਦੇਖੋ ਕਿ ਦਬਾਅ ਕਿਸ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅੱਜ ਜਦੋਂ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ, ਸੁਣਵਾਈ ਹੋ ਰਹੀ ਸੀ, ਉਸੇ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਆਂ ਦੇ ਦਫ਼ਤਰ ਘਿਰੇ ਹੋਏ ਸੀ ਅਕਾਲੀਆਂ ਨੇ ਔਰ ਸਾਰੇ ਜ਼ਿਲ੍ਹਿਆਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਸੀ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਬੜਾ ਵਧੀਆ ਇਤਿਹਾਸ ਰਿਹਾ ਇਹਦਾ, ਬੜੀ ਮਤਲਬ ਪਾਕ ਪਵਿੱਤਰ ਇੱਕ ਜਥੇਬੰਦੀ, ਇੱਕ ਧਿਰ, ਇੱਕ ਪਾਰਟੀ ਰਹੀ ਆ ਜਿਹੜੀ ਧਰਮ ਯੁੱਧ ਮੋਰਚੇ ਲਾਉਂਦੀ ਸੀ ਜਿਹਨੇ ਗਿੱਲ ਸਾਹਿਬ ਬੜੇ ਮਤਲਬ ਮੀਸਾ ਵਰਗੇ ਜਿਹੜੇ ਖਤਰਨਾਕ ਕਾਲੇ ਕਾਨੂੰਨ ਸੀ ਉਹਦੇ ਵਿੱਚ ਵੀ ਸਾਹਮਣਾ ਕੀਤਾ ਇਹਦੇ ਆਗੂਆਂ ਨੇ। ਈਵਨ ਜਦੋਂ ਐਮਰਜੈਂਸੀ ਲੱਗੀ ਵਿਰੋਧ 'ਚ ਨਿੱਤਰੀ। ਔਰ ਅੱਜ ਸ਼੍ਰੋਮਣੀ ਅਕਾਲੀ ਦਲ ਇੱਕ ਨਸ਼ਿਆਂ ਦੇ ਕੇਸ ਦੇ ਵਿੱਚ ਬੰਦ ਆਪਦੇ ਆਗੂ ਦੇ ਕੇਸ ਦੇ ਲਈ ਐਸਐਸਪੀਆਂ ਦੇ ਦਫ਼ਤਰ ਘੇਰ ਰਹੀ ਸੀ। ਔਰ ਗਿੱਲ ਸਾਹਿਬ ਤੁਸੀਂ ਇਹ ਦੇਖੋ, ਹੁਣ ਆਪਾਂ ਨੂੰ ਨਹੀਂ ਪਤਾ ਕਿ ਸੱਚਾ ਝੂਠਾ ਕੀ ਆ ਮਸਲਾ, ਇਹ ਤਾਂ ਅਦਾਲਤ ਦਾ ਕੰਮ ਆ, ਅਦਾਲਤ ਨੇ ਦੱਸਣਾ। ਪਰ ਨਸ਼ਿਆਂ ਦੇ ਕੇਸ 'ਚ ਫਸਿਆ ਹੋਇਆ ਮਜੀਠੀਆ। ਪਰ ਅੱਜ ਕਈ ਅਕਾਲੀ ਆਗੂ ਸੁਣੇ ਜਾ ਰਹੇ ਸੀ ਜਿਹੜੇ ਕਹਿ ਰਹੇ ਸੀ ਮਜੀਠੀਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਹੁਣ ਜੇ ਭਲਾ ਅਦਾਲਤ ਦੇ ਵਿੱਚ ਕੇਸ ਚੱਲਦਾ, ਕੱਲ ਨੂੰ ਇਸ ਕੇਸ ਦੇ ਵਿੱਚ ਹੁਣ ਖੁਦਾ ਨਾ ਖਾਸਤਾ ਕੱਲ ਨੂੰ ਇਹ ਹੋ ਜੇ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਕੇਸ ਦੇ ਵਿੱਚ ਇਹ ਪਾਇਆ ਜਾਵੇ ਵੀ ਹਾਂ ਭਾਈ ਜਿਹੜੀ ਗੱਲ ਪੰਜਾਬ ਸਰਕਾਰ ਕਹਿ ਰਹੀ ਆ ਜਾਂ ਜਿਹੜੀ ਗੱਲ ਚੰਨੀ ਸਰਕਾਰ ਕਹਿ ਰਹੀ ਹੈ ਜਾਂ ਜਿਹੜੀ ਪੰਜਾਬ ਦੀ ਪੁਲਿਸ ਕਹਿ ਰਹੀ ਹੈ ਉਹ 'ਚ ਦਮ ਆ, ਫਿਰ ਕੀ ਬਿਕਰਮਜੀਤ ਮਜੀਠੀਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਜਿਹੜੇ ਅਕਾਲੀ ਆਗੂ ਕਹਿੰਦੇ ਨੇ ਉਹ ਕੀ ਜਵਾਬ ਦੇਣਗੇ? ਸੋ ਕੁੱਲ ਮਿਲਾ ਕੇ ਸਥਿਤੀ ਇਹ ਹੈ ਜੀ ਕਿ ਮੋਹਾਲੀ ਦੀ ਅਦਾਲਤ ਦੇ ਵਿੱਚ ਅੱਜ ਸੁਣਵਾਈ ਦੇ ਦੌਰਾਨ ਜਿਹੜੇ ਸਰਕਾਰੀ ਵਕੀਲ ਪੰਜਾਬ ਸਰਕਾਰ ਦੀ ਤਰਫੋਂ ਸੰਜੀਵ ਬੱਤਰਾ ਤੇ ਡੀਐਸਪੀ ਰਾਹੀਂ ਜਿਹੜਾ ਅਦਾਲਤ ਦੇ ਵਿੱਚ ਡਰੱਗ ਕੇਸ ਸੰਬੰਧੀ ਰਿਕਾਰਡ ਆ ਜਿਹੜਾ ਪੇਸ਼ ਕੀਤਾ ਗਿਆ ਔਰ ਮੋਹਾਲੀ ਦੇ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਦੇ ਵਿੱਚ ਜਿਹੜੀ ਇਸ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਦੇ ਦੌਰਾਨ ਜ਼ਬਰਦਸਤ ਬਹਿਸ ਹੋਈ ਹੈ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਮਜੀਠੀਆ ਖਿਲਾਫ ਤੱਥਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਹੈਗਾ ਔਰ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਨਸ਼ਿਆਂ ਦੀ ਤਸਕਰੀ ਸੰਬੰਧੀ ਜਿਹੜਾ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਉਹਦੀ ਰਿਪੋਰਟ ਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਇਹ ਕਾਰਵਾਈ ਆ ਜਿਹੜੀ ਉਹ ਅਮਲ 'ਚ ਲਿਆਂਦੀ ਗਈ ਆ। ਪਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਗਾ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਮਜੀਠੀਆ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਜਦੋਂ ਕਿ ਇਸ ਮਾਮਲੇ 'ਚ ਕੋਈ ਸ਼ਿਕਾਇਤਕਰਤਾ ਵੀ ਨਹੀਂ ਹੈ ਔਰ ਅਦਾਲਤ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਸੋ ਹੁਣ ਹਾਈ ਕੋਰਟ ਦਾ ਰੁਖ ਹੋਊ ਜੀ। ਉਧਰੋਂ ਗਿੱਲ ਸਾਹਿਬ ਇਹ ਵੀ ਪਤਾ ਲੱਗਿਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਪੰਜਾਬ ਪੁਲਿਸ ਹੈ, ਉਹ ਛਾਪੇਮਾਰੀ ਕਰ ਰਹੀ ਹੈ ਚੁੱਪ ਚਪੀਤੇ। ਉਹ ਪੈਰ ਨੱਪ ਰਹੀ ਹੈ ਕਿ ਮਜੀਠੀਆ ਹੈ ਕਿੱਥੇ। ਜਿਹੜੇ ਵਕੀਲ ਸੀ, ਵਕੀਲਾਂ ਰਾਹੀਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੌਣ ਮਿਲ ਰਿਹਾ, ਕਿੱਧਰੋਂ ਮਿਲ ਰਿਹਾ,
ਇਹਦੇ ਪਰਿਵਾਰਕ ਮੈਂਬਰ ਕਿੱਧਰ ਜਾ ਰਹੇ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਕਨਸੋ ਆ ਕਿ ਉਹ ਪੰਜਾਬ ਤੋਂ ਬਾਹਰ ਹੈ ਇਸ ਵਕਤ ਮਜੀਠੀਆ। ਬਹੁਤ ਸਾਰੇ ਲੋਕਾਂ ਨੂੰ ਇਹ ਆ ਕਿ ਉਹ ਫਲਾਨੇ ਘਰੇ ਹੋ ਸਕਦਾ। ਈਵਨ ਇੱਕ ਦੋ ਕਾਂਗਰਸੀਆਂ ਦੇ ਘਰਾਂ ਦੇ ਵਿੱਚ ਵੀ ਸ਼ੱਕ ਆ ਜਿਹੜਾ ਉਹ ਕੁਝ ਲੋਕਾਂ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਕਿ ਫਲਾਨੇ ਦੇ ਘਰੇ ਨਾ ਹੋਵੇ। ਜੀ ਗਿੱਲ ਸਾਹਿਬ, ਜਦ ਉਸ ਧਰਤ ਤੋਂ ਜਿਹੜੀ ਧਰਮ ਦੀ ਧਰਤ ਹੈ, ਜਦ ਉੱਥੋਂ ਇਹੋ ਜਿਹੀ ਕੋਈ ਖਬਰ ਆਉਂਦੀ ਹੈ ਜਿੱਥੇ ਕਿਸੇ ਧਰਮ ਨੂੰ ਮਾਰਨ ਦੀ, ਕਿਸੇ ਕੌਮ ਨੂੰ ਮਾਰਨ ਦੀ ਗੱਲ ਹੈ, ਉਹ ਬੜੀ ਹਿਰਦੇ ਵੇਦਕ ਹੈ। ਇਲਾਹਾਬਾਦ ਦੇ ਵਿੱਚ ਇੱਕ ਮੈਂ ਥ੍ਰੈਡ ਪੜ੍ਹ ਰਿਹਾ ਟਵਿੱਟਰ ਦਾ, ਜਿਹਦੇ ਵਿੱਚ ਅੰਨਾਪੂਰਨਾ ਮਾਂ ਕੋਈ ਮੰਡਲੇਸ਼ਵਰ ਔਰ ਨਿਰੰਜਨੀ ਅਖਾੜਾ ਅਤੇ ਜਨਰਲ ਸੈਕਟਰੀ ਹੈ ਹਿੰਦੂ ਮਹਾਸਭਾ ਦੀ, ਉਹ ਕਹਿੰਦੀ ਆ ਵੀ ਜੇ ਇਹਨਾਂ ਨੂੰ ਖਤਮ ਕਰਨਾ ਤਾਂ ਇਹਨਾਂ ਨੂੰ ਮਾਰੋ। 100 ਸਾਨੂੰ ਸਿਪਾਹੀ ਚਾਹੀਦੇ ਨੇ ਅਤੇ 20 ਲੱਖ ਇਹ ਬੰਦੇ ਮਾਰਨੇ ਨੇ। ਇਹ ਕਿਹਨਾਂ ਨੂੰ ਮਾਰਨ ਦੀ ਗੱਲ ਕਰ ਰਹੀ ਹੈ? ਕਿ ਹਰਿਦੁਆਰ ਦੀਆਂ ਕੀ ਖਬਰਾਂ ਨੇ ਜੀ ਇਹ? ਜੀ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਬੜਾ ਗੰਭੀਰ ਮਸਲਾ ਹੈਗਾ। ਦੇਖੋ, ਪਿਛਲੇ ਦਿਨਾਂ ਤੋਂ ਇੱਕ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ ਇੱਕ ਖਾਸ ਧਰਮ ਦੇ ਖਿਲਾਫ, ਔਰ ਉਹ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਧਾਰਮਿਕ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਨਿਸ਼ਾਨੇ ਤੇ ਨੇ। ਹਰਿਦੁਆਰ ਦੇ ਵਿੱਚ ਪਿਛਲੇ ਦਿਨੀ ਇੱਕ ਧਰਮ ਸੰਸਦ ਹੋਈ ਆ, ਉਹਦੇ 'ਚ ਹਿੰਦੂਤਵ ਨੂੰ ਲੈ ਕੇ ਕੁਝ ਸਾਧਾਂ ਸੰਤਾਂ ਦੇ ਵਿਵਾਦਤ ਭਾਸ਼ਣ ਨੇ ਜਿਹੜੇ ਉਹ ਚਰਚਾ ਦਾ ਵਿਸ਼ਾ ਬਣੇ ਨੇ। ਔਰ ਇਹਨਾਂ ਵੀਡੀਓਜ਼ ਦੇ ਵਿੱਚ ਗਿੱਲ ਸਾਹਿਬ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਧਰਮ ਦੀ ਰਾਖੀ ਦੇ ਲਈ ਕਹਿੰਦੇ ਸ਼ਸਤਰ ਉਠਾਉਣਾ, ਔਰ ਉੱਥੇ ਜਿਹੜੀਆਂ ਹੋਰ ਗੱਲਾਂ ਹੋਈਆਂ ਕਿ ਮੁਸਲਮਾਨਾਂ ਦੀ ਆਬਾਦੀ ਨਹੀਂ ਵਧਣ ਦੇਣੀ, ਮੁਸਲਮਾਨ ਪ੍ਰਧਾਨ ਮੰਤਰੀ ਨਹੀਂ ਬਣਨ ਦੇਣਾ, ਇੱਦਾਂ ਦੇ ਵਿਵਾਦਤ ਭਾਸ਼ਣ ਦਿੰਦੇ ਕਈ ਸਾਧੂ ਸੰਤ ਜਿਹੜੇ ਦਿਖਾਈ ਦੇ ਰਹੇ ਨੇ। ਮਹਿਲਾ ਸੰਤ ਜਿਹਦੀ ਤੁਸੀਂ ਜ਼ਿਕਰ ਕਰ ਰਹੇ ਹੋ ਗਿੱਲ ਸਾਹਿਬ, ਉਹ ਕਹਿ ਰਹੀ ਹੈ ਕਿ ਕਾਪੀ ਕਿਤਾਬ ਰੱਖਣ ਤੇ ਹੱਥ 'ਚ ਸ਼ਸਤਰ ਉਠਾਉਣ ਵਰਗੀ ਗੱਲ ਆ ਜਿਹੜੀ ਉਹ ਹੋਣੀ ਚਾਹੀਦੀ ਆ। ਔਰ ਇਹ ਜਿਹੜਾ ਪ੍ਰੋਗਰਾਮ ਦੇਹਰਾਦੂਨ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇਸ ਸੰਬੰਧੀ ਬੈਠਕ ਵੀ ਹੋਈ ਹੈ, ਔਰ ਉਹਦੇ 'ਚ ਹਰਿਦੁਆਰ ਦੇ SSP ਵੀ ਸ਼ਾਮਲ ਹੋਏ ਨੇ। ਉਹਨਾਂ ਤੇ ਸਵਾਲ ਉੱਠੇ ਨੇ ਵੀ ਐਡੇ ਵੱਡੇ ਵੱਡੇ ਭਾਸ਼ਣ ਦਿੱਤੇ ਗਏ ਨੇ, ਐਡਾ ਜ਼ਹਿਰ ਉਗਲਿਆ ਗਿਆ, ਤੁਸੀਂ ਕਰ ਕਿਉਂ ਨਹੀਂ ਰਹੇ ਕੁਛ? ਔਰ ਗਿੱਲ ਸਾਹਿਬ, ਇਹਦੇ ਵਿੱਚ ਜਿਹੜੇ ਧਰਮ ਸੰਸਦ ਹੋਈ ਆ, ਭਾਰਤੀ ਜਨਤਾ ਪਾਰਟੀ ਦੇ ਲੀਡਰ ਪਹੁੰਚੇ ਨੇ, ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਪਹੁੰਚੇ ਨੇ, ਹਿੰਦੂ ਰਕਸ਼ਾ ਸੈਨਾ ਦੇ ਆਗੂ ਪਹੁੰਚੇ ਨੇ, ਨਿਰੰਜਨੀ ਅਖਾੜੇ ਦੀ ਮਹਾਲੰਡੇਸ਼ਵਰ ਜਿਹੜੀ ਮਾਂ ਗੀ ਅੰਨਾਪੂਰਨਾ ਉਹ ਪਹੁੰਚੀ ਹੈ, ਔਰ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਹੁੰਚੇ ਨੇ। ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਵੀ ਪਹੁੰਚੇ ਨੇ। ਔਰ ਉੱਥੇ ਗਿੱਲ ਸਾਹਿਬ ਜਿਹੜੀ ਗੱਲਾਂ ਚੱਲੀਆਂ ਨੇ ਉਹਦੇ 'ਚ ਇਹ ਚੱਲੀਆਂ ਵੀ ਹਿੰਦੂਆਂ ਦੀ ਜ਼ਿੰਮੇਵਾਰੀ ਆ ਕਿ ਵਿਸ਼ਵ ਦੇ ਵਿੱਚ ਅਸ਼ਾਂਤੀ ਨਾ ਹੋਵੇ। ਅੱਜ ਹਿੰਦੂਆਂ ਨੂੰ ਆਪਣੇ ਕਰਤੱਵ ਨੂੰ ਨਿਭਾਉਣ ਦਾ ਮੌਕਾ ਆ ਗਿਆ ਕਹਿੰਦੇ। ਔਰ ਉੱਥੇ ਦਾਅਵਾ ਹੋਇਆ ਔਰ ਵੱਡੀਆਂ ਵੱਡੀਆਂ ਗੱਲਾਂ ਇਹ ਹੋਈਆਂ, ਉਹ ਕਹਿੰਦੇ ਚੋਣ ਨਾਲ ਉੱਥੋਂ ਦੇ ਜਿਹੜੇ ਪ੍ਰਬੋਧਾਨੰਦ ਨੇ ਉਹ ਕਹਿੰਦੇ ਚੋਣ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। 17 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਸੀਂ ਹਿੰਦੂਆਂ ਦੀ ਸੁਰੱਖਿਆ ਦਾ ਅਭਿਆਨ ਸ਼ੁਰੂ ਕੀਤਾ ਤੇ ਹਰਿਦੁਆਰ ਦੇ ਸਾਰੇ ਮਹਾਤਮਾ ਸਾਨੂੰ ਸਮਰਥਨ ਦੇ ਰਹੇ ਨੇ। ਔਰ ਉੱਥੇ ਗਿੱਲ ਸਾਹਿਬ ਇਹ ਗੱਲਾਂ ਵੀ ਹੋਈਆਂ, ਉਹ ਕਹਿੰਦੇ ਧਰਮ ਸੰਸਦ ਦੇ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਜੋ ਹਿੰਦੂ ਨੌਜਵਾਨ ਗਲਤ ਨੀਤੀਆਂ ਕਾਰਨ ਫਸਾਏ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ, ਉਹਨਾਂ ਦੀ ਜ਼ਮਾਨਤ ਕਰਾਉਣ ਲਈ ਅਸੀਂ ਹਰ ਸੰਭਵ ਮਦਦ ਕਰਾਂਗੇ। ਕਹਿੰਦੇ ਸਾਨੂੰ 2 ਬੱਚੇ ਪੈਦਾ ਕਰਨ ਦੀ ਗੱਲ ਕਹੀ ਜਾਂਦੀ ਹੈ ਤੇ ਉਹਨਾਂ ਦੇ 12 ਬੱਚੇ ਨੇ ਜਿਹੜੇ ਉਹ ਹੁੰਦੇ ਨੇ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਜਾਵੇ। ਔਰ ਉੱਥੇ ਗਿੱਲ ਸਾਹਿਬ ਇਹ ਗੱਲ ਵੀ ਹੋਈ ਕਿ ਅੱਜ ਈਸਾਈਆਂ ਦੇ 100 ਦੇ ਕਰੀਬ ਦੇਸ਼ ਨੇ, ਮੁਸਲਮਾਨਾਂ ਦੇ 57 ਦੇ ਕਰੀਬ ਦੇਸ਼ ਨੇ, ਬੋਧੀਆਂ ਦੇ 8 ਦੇਸ਼ ਨੇ, ਇੱਥੋਂ ਤੱਕ ਕਿ ਸਿਰਫ 90 ਲੱਖ ਯਹੂਦੀਆਂ ਦਾ ਵੀ ਆਪਣਾ ਇੱਕ ਦੇਸ਼ ਇਜ਼ਰਾਈਲ ਹੈ। ਔਰ ਉੱਥੇ ਗੱਲ ਇਹ ਚੱਲੀ ਕਿ ਹਰ ਹਿੰਦੂ ਦਾ ਟੀਚਾ ਕੇਵਲ ਸਨਾਤਨ ਵੈਦਿਕ ਰਾਸ਼ਟਰ ਦੀ ਸਥਾਪਨਾ ਹੋਣਾ ਚਾਹੀਦਾ। ਔਰ ਕਹਿੰਦੇ 100 ਕਰੋੜ ਹਿੰਦੂਆਂ ਦੀ ਇਹ ਬਦਕਿਸਮਤੀ ਆ ਕਿ ਉਹਨਾਂ ਕੋਲ ਆਪਣਾ ਦੇਸ਼ ਕਹਿਣ ਲਈ 1 ਇੰਚ ਵੀ ਜਗ੍ਹਾ ਨਹੀਂ ਹੈ। ਹੁਣ ਹਿੰਦੂਆਂ ਨੂੰ ਆਪਣੇ ਰਾਸ਼ਟਰ ਲਈ ਪੂਰੀ ਜਾਨ ਲਗਾਉਣੀ ਪਊਗੀ। ਸੋ ਬੜਾ ਕੁਝ ਹੋਇਆ ਗਿੱਲ ਸਾਹਿਬ, ਬੜੇ ਭੜਕਾਊ ਬਿਆਨ ਹੋਏ ਨੇ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਭੜਕਾਊ ਬਿਆਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਔਰ ਜੋ ਇਹ ਇਸ ਧਰਤੀ ਦੇ ਉੱਤੇ, ਜਿਹੜੀ ਧਰਤੀ ਨੂੰ ਕਿਹਾ ਜਾਂਦਾ ਗੁਰੂਆਂ ਪੀਰਾਂ ਦੀ ਧਰਤੀ ਆ, ਜਿਸ ਧਰਤੀ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਮਜ਼ਹਬਾਂ ਦੇ ਲੋਕ ਇਕੱਠੇ ਰਹਿੰਦੇ ਨੇ, ਉੱਥੇ ਜਦੋਂ ਇਹੋ ਜਿਹੀਆਂ ਧਰਮ ਸੰਸਦਾਂ ਹੁੰਦੀਆਂ ਨੇ ਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ। ਔਰ ਉਸੇ ਦਿਨ ਵੱਡੀ ਗੱਲ ਇਹ ਹੈ ਕਿ JP ਨੱਡਾ ਉਹ ਵੀ ਉਸੇ ਦਿਨ ਹਰਿਦੁਆਰ 'ਚ ਸੀ ਜਦੋਂ ਇਹ ਧਰਮ ਸੰਸਦ ਹੋ ਰਹੀ ਸੀਗੀ। ਜੀ ਗਿੱਲ ਸਾਹਿਬ, ਬਿਲਕੁਲ ਜੀ, ਇਹ ਵੋਟਾਂ ਨੇ ਪੰਜਾਬ ਦੀਆਂ ਤੇ UP ਦੀਆਂ ਵੋਟਾਂ ਵੱਲ ਨੂੰ ਇਹ ਸੁਨੇਹਾ ਇਸ ਮੁੱਦੇ ਤੇ ਹੀ UP ਦੀਆਂ ਵੋਟਾਂ ਹੋਣੀਆਂ ਨੇ। ਦੂਸਰੇ ਪਾਸੇ ਸਮਾਜਵਾਦੀ ਪਾਰਟੀ ਦਾ ਇੱਕ ਅਖਿਲੇਸ਼ ਯਾਦਵ ਦੇ ਨੇੜੇ ਦਾ ਬੰਦਾ ਪਿਊਸ਼ ਜੈਨ, ਉਹਦੇ ਛਾਪਾ ਮਾਰਤਾ 150 ਕਰੋੜ ਰੁਪਈਆ
ਉਹ ਤਾਂ ਮਸ਼ੀਨਾਂ 5 ਜਿਹੜੀਆਂ ਨੇ ਉਹ ਗਿਣਦੀਆਂ ਫੇਲ ਹੋ ਜਾਣਗੀਆਂ। ਇਤਰ ਦਾ ਵਪਾਰੀ ਆ ਇਹ। ਲੋਕ ਥੋੜ੍ਹਾ ਬਹੁਤਾ ਨਹੀਂ, ਕਰੋੜ ਨਹੀਂ, 50 ਲੱਖ ਨਹੀਂ, 150 ਕਰੋੜ। ਸੋ ਇਹਦੀ ਕੀ ਖਬਰ ਹੈ ਜੀ? ਜੀ ਜੀ ਗਿੱਲ ਸਾਹਿਬ, ਵਾਕਈ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਵੀ ਕੀਤੀ ਸੀਗੀ ਜਿਹੜੀ ਅਖਿਲੇਸ਼ ਯਾਦਵ ਹੋਰਾਂ ਨੇ, ਕਿਉਂਕਿ ਉਹਨਾਂ ਦੀ ਪਾਰਟੀ ਦੇ ਨਾਲ ਇੱਕ ਪਰਫਿਊਮ ਗਿੱਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਨਾ ਲਾਂਚ ਕੀਤਾ। ਉਹਦੇ ਤੇ ਨਾ ਜਿਹੜਾ ਵਪਾਰੀ ਨੇ ਪਰਫਿਊਮ ਲਾਂਚ ਕੀਤਾ, ਉਹਦੇ ਤੇ ਇਹਨਾਂ ਦਾ ਚੋਣ ਨਿਸ਼ਾਨ ਸੀਗਾ ਅਖਿਲੇਸ਼ ਯਾਦਵ ਹੋਰਾਂ ਦਾ ਸਾਈਕਲ। ਔਰ ਉਦੋਂ ਅਗਲੇ ਦਿਨ ਹੀ ਉਹਦੇ ਤੇ ਵੀ ਰੇਡ ਹੋ ਗਈ, ਔਰ ਅਖਿਲੇਸ਼ ਯਾਦਵ ਹੋਰਾਂ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਸਾਰਿਆਂ ਤੇ ਰੇਡ ਹੋਈ। ਔਰ ਉਹਨਾਂ ਨੇ ਕਿਹਾ ਸੀ ਇਹ ITI ਹੈ ਜਿਹੜੀ, ਇਸ ਤੋਂ ਬਾਅਦ ਇਨਕਮ ਟੈਕਸ ਤੋਂ ਬਾਅਦ ED ਆਊ, ਫਿਰ ਹੋਰ ਆਉਣਗੀਆਂ। ਖੈਰ ਹੁਣ ਉੱਥੇ ਛਾਪੇਮਾਰੀ ਵੱਡੀ ਪੱਧਰ ਦੇ ਉੱਤੇ ਹੋ ਰਹੀ ਆ। ਔਰ ਇਹ ਜਿਹੜਾ ਕਾਨਪੁਰ ਦਾ ਬਿਜ਼ਨਸਮੈਨ ਹੈ ਪਿਊਸ਼ ਗੋਇਲ ਜੈਨ, ਇਹ ਪਿਊਸ਼ ਜੈਨ ਦੇ ਠਿਕਾਣਿਆਂ ਦੇ ਉੱਤੇ ਛਾਪੇਮਾਰੀ ਦੌਰਾਨ ਕਹਿੰਦੇ ਨੋਟਾਂ ਦੇ ਥਈਆਂ ਲੱਗੀਆਂ ਪਈਆਂ। ਔਰ ਜਿਹੜੀ ਬਾਰੀ ਨੂੰ ਖੋਲਣ ਗਿੱਲ ਸਾਹਿਬ ਨੋਟ ਹੀ ਨੋਟ, ਜਿਹੜੀ ਅਲਮਾਰੀ ਨੂੰ ਖੋਲਣ ਨੋਟ ਹੀ ਨੋਟ, ਜਦੋਂ ਉਹਨੂੰ ਬਾਹਰ ਕੱਢਣ ਥਈਆਂ ਲੱਗੀਆਂ ਨੋਟਾਂ ਦੀਆਂ। ਸੋ ਉਹਦੇ ਚਲੋ ਗਿੱਲ ਸਾਹਿਬ ਗਿਣਨ ਲਈ ਕਹਿੰਦੇ ਮਸ਼ੀਨਾਂ ਬੁਲਾਉਣੀਆਂ ਪਈਆਂ ਵੀ ਮਸ਼ੀਨਾਂ ਲਿਆਓ ਨੋਟ ਗਿਣਨ ਵਾਲੀਆਂ। ਕਾਰਵਾਈ ਚੱਲ ਰਹੀ ਆ, 150 ਕਰੋੜ ਰੁਪਇਆ ਹੁਣ ਤੱਕ ਗਿਣਿਆ ਜਾ ਚੁੱਕਿਆ। ਅਜੇ ਹੋਰ ਉਹਦੀਆਂ ਕਈ ਥਾਵਾਂ ਦੇ ਉੱਤੇ ਕਹਿੰਦੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਬਹੁਤ ਪੈਸਾ ਹੋਰ ਵੀ ਮਿਲ ਜਾਣਾ। ਸੋ ਹਕੀਕਤ ਤਾਂ ਇਹੀ ਹੈ ਜੀ, ਭਾਰਤ ਅੱਜ ਵੀ ਸੋਨੇ ਦੀ ਚਿੜੀ ਹੈ। ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੇ ਜਿਹੜੇ, ਉਹਨਾਂ 'ਚ ਭਾਰਤੀ ਆਉਂਦੇ ਨੇ। ਔਰ ਦੁਨੀਆ ਦੇ ਗਰੀਬ ਬੰਦਿਆਂ ਦੇ ਵਿੱਚ ਵੀ ਜਿਹੜੇ ਉਹ ਭਾਰਤੀਆਂ ਦਾ ਜ਼ਿਕਰ ਆਉਂਦਾ ਹੈਗਾ। ਸੋ ਇੱਥੇ ਗਿੱਲ ਸਾਹਿਬ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਨੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਹੋਰ ਨੇ, ਈਵਨ ਸਮਾਜਵਾਦੀ ਪਾਰਟੀ ਵਰਗੀਆਂ ਵੀ, ਉਹਨਾਂ ਦੇ ਵਿੱਚ ਵੀ ਜਾਂ ਉਹਨਾਂ ਨੂੰ ਫੰਡਿੰਗ ਕਰਨ ਵਾਲੇ ਲੋਕ ਵੀ ਨੇ ਜਿਹੜੇ, ਉਹ ਉਹੀ ਲੋਕ ਨੇ ਜਿਹੜੇ ਕਰੋੜਾਂ ਅਰਬਾਂ ਰੁਪਈਆ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਕਮਾਉਂਦੇ ਨੇ ਜੀ। ਔਰ ਇਹ ਸਰਕਾਰਾਂ ਨੂੰ ਸਪਾਂਸਰ ਕਰਦੇ ਨੇ। ਇਹ ਸਰਕਾਰਾਂ ਨੂੰ ਮਤਲਬ ਇਹਦੀ ਸਰਕਾਰ ਆਊ, ਇਹਦੀ ਨਾ ਆਊ, ਕਾਰਪੋਰੇਟਸ ਨੇ ਜਿਹੜੇ ਉਹ ਸਿੱਧੇ ਤੌਰ ਦੇ ਉੱਤੇ ਫੰਡਿੰਗ ਕਰਦੇ ਨੇ। ਸੋ ਇਹ ਤਾਂ ਕਿਸਾਨ ਅੰਦੋਲਨ ਸੀ ਜਿਹਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਅੰਬਾਨੀ ਅਡਾਨੀ ਨੇ ਮੋਦੀ ਦੇ ਪਿੱਛੇ। ਅਦਰਵਾਈਜ਼ ਕਾਰਪੋਰੇਟਸ ਆ ਜਿਹੜੇ ਉਹ ਸਾਰੀਆਂ ਪਾਰਟੀਆਂ ਦੇ ਪਿੱਛੇ ਨੇ। ਕਿਹਨੂੰ ਲੈ ਕੇ ਆਉਣਾ, ਕਿਹਨੂੰ ਪਿੱਛੇ ਕਰਨਾ, ਇਹ ਸਾਰਾ ਕਾਰਪੋਰੇਟਸ ਡਿਸਾਈਡ ਕਰਦੇ ਨੇ ਜੀ। ਬਿਲਕੁਲ ਯਾਦ ਆ ਜੀ, ਮੈਂ ਰੋਪੜ ਦੇ ਵਿੱਚ ਪੌਂਟੀ ਚੱਡਾ ਬਰਾਬਰ ਲੈਂਡ ਕਰੂਜ਼ਰ ਦੇ ਵਿੱਚ ਬੈਠਾ ਅਮਰਿੰਦਰ ਸਿੰਘ ਦੇ ਦੇਖਿਆ, ਤੇ ਅਮਰਿੰਦਰ ਸਿੰਘ ਗੱਡੀ ਚਲਾ ਰਿਹਾ ਸੀ। 2002 ਦੀ ਗੱਲ ਆ ਇਹ। ਮੈਂ ਗਿਆ ਹੋਇਆ ਸਾਂ ਛੁੱਟੀਆਂ ਦੇ ਵਿੱਚ, ਤੇ ਰੋਪੜ ਹੈੱਡ 'ਤੇ ਜਿਹੜਾ ਪੰਜਾਬ ਟੂਰਿਜ਼ਮ ਦਾ ਕੰਪਲੈਕਸ ਹੈ ਉੱਥੇ ਮੀਟਿੰਗ ਹੋਈ, ਤੇ ਗੱਡੀ ਚਲਾ ਰਿਹਾ ਸੀ ਕੈਪਟਨ ਜਿਹੜਾ, ਤੇ ਨਾਲ ਬੈਠਾ ਸੀ ਪੌਂਟੀ ਚੱਡਾ। ਇਉਂ ਕਹਾਣੀਆਂ ਹੁੰਦੀਆਂ। ਅੱਛਾ, ਇਹ ਦੱਸਿਓ ਕਿ ਬਈ ਲੁਧਿਆਣੇ ਵਾਲਾ ਜਿਹੜਾ ਬੰਬ ਧਮਾਕਾ ਹੈ, ਉਹਦੇ ਬਾਰੇ ਹੋਰ ਕੀ ਖਬਰ ਹੈ? ਉਹ ਤਾਂ ਬਹੁਤ ਪਾਵਰਫੁਲ ਬੰਬ ਸੀ। ਜੇ ਕਿਤੇ ਉਹਨੂੰ ਕਿਤੇ ਉਹ ਚਲਾ ਦਿੰਦਾ ਕਿਤੇ ਹੋਰ ਕਿਸੇ ਜਗ੍ਹਾ 'ਤੇ, ਉਹ ਤਾਂ ਬਹੁਤ ਨੁਕਸਾਨ ਹੋ ਸਕਦਾ ਜੱਜਾਂ ਦੇ ਕਮਰਿਆਂ ਵੱਲ ਨੂੰ ਜਾਂ ਕਿਤੇ। ਉਹਦੇ ਬਾਰੇ ਕੀ ਖਬਰ ਮਿਲ ਰਹੀ ਹੈ ਜੀ ਹੋਰ? ਜੀ ਗਿੱਲ ਸਾਹਿਬ, ਦੇਖੋ ਉਹ ਤਾਂ ਜਿਵੇਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਅਸਲ ਦੇ ਵਿੱਚ ਵਾਸ਼ਰੂਮ 'ਚ ਗਿਆ ਸੀ, ਔਰ ਉੱਥੇ ਜਾ ਕੇ ਉਹ ਤਾਂ ਸੈੱਟ ਕਰ ਰਿਹਾ ਸੀ ਜਿਸ ਦੌਰਾਨ ਚੱਲ ਗਿਆ। ਤੇ ਜੇ ਕਿਤੇ ਉਹ ਸੈੱਟ ਕਰਕੇ ਬਾਹਰ ਆ ਜਾਂਦਾ ਜਿੱਥੇ ਉਹ ਚਲਾਉਂਦਾ, ਵੱਡਾ ਨੁਕਸਾਨ ਹੋ ਸਕਦਾ ਸੀਗਾ। ਹੁਣ ਪਤਾ ਲੱਗਿਆ ਜਿਸ ਤਰੀਕੇ ਨਾਲ ਉਦੋਂ ਵੀ ਕੰਧਾਂ ਉੱਡੀਆਂ ਨੇ, ਕਿਉਂਕਿ ਦੂਜੀ ਮੰਜ਼ਿਲ ਦੇ ਉੱਤੇ ਅਦਾਲਤੀ ਕੰਪਲੈਕਸ ਦੇ ਵਿੱਚ ਇਹ ਧਮਾਕਾ ਹੋਇਆ। 7ਵੀਂ ਮੰਜ਼ਿਲ ਤੱਕ ਸ਼ੀਸ਼ੇ ਟੁੱਟੇ ਨੇ। ਔਰ ਹੁਣ ਉਸ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋਈ, ਉਹ ਵਿਅਕਤੀ ਕੌਣ ਸੀ। ਇਹ ਵੀ ਗੱਲ ਸਾਹਿਬ ਇੱਕ ਵੱਡੀ ਗੱਲ ਆ। ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਹੁੰਦੀ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਹ ਵਿਅਕਤੀ ਦੀ ਅੱਜ ਤੱਕ ਪਛਾਣ ਨਹੀਂ ਹੋਈ ਕੌਣ। ਉਹਦੀ ਉਂਗਲ ਲਾ ਕੇ ਵੀ ਦੇਖੀ ਜਾਂਦੀ ਹੈ UIDAI, ਲੇਕਿਨ ਉਹਦਾ ਆਧਾਰ ਕਾਰਡ ਨਾਲ ਕਿਤੇ ਮੈਚ ਨਹੀਂ ਹੁੰਦਾ, ਕਿਤੋਂ ਪਤਾ ਨਹੀਂ ਲੱਗਦਾ ਉਹ ਬੰਦਾ ਕੌਣ ਹੈ। ਕਪੂਰਥਲਾ ਦੇ ਵਿੱਚ ਘਟਨਾਕ੍ਰਮ ਵਾਪਰਦਾ ਪਾ ਕੇ ਚੱਲ ਕੇ ਜ਼ਿਕਰ ਵੀ ਕਰਾਂਗੇ, ਉਹ ਬੰਦੇ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਕੌਣ। ਲੁਧਿਆਣਾ ਦੇ ਵਿੱਚ ਘਟਨਾਕ੍ਰਮ ਵਾਪਰਦਾ, ਅੱਜ ਪੋਸਟਮਾਰਟਮ ਵੀ ਹੋਇਆ ਇਸ ਵਿਅਕਤੀ ਦਾ। 3 ਟੋਟੇ ਹੋ ਗਏ ਸੀ ਇਹਦੀ ਲਾਸ਼ ਤੇ ਜੀ। 3 ਟੋਟੇ ਅੱਜ ਇਕੱਠੇ ਕਰਕੇ ਜਿਹੜਾ ਉਹ ਪੋਸਟਮਾਰਟਮ ਕੀਤਾ ਗਾ। ਔਰ ਉਸ ਦੌਰਾਨ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਬੰਦਾ ਕੌਣ ਸੀ। ਲੇਕਿਨ ਇੱਕ ਗੱਲ ਜ਼ਰੂਰ ਪਤਾ ਲੱਗੀ ਹੈ ਕਿ ਉਹਦਾ ਸਰੀਰ ਆ ਜਿਹੜਾ ਉਹ ਪਹਿਲਵਾਨ ਵਰਗਾ ਸੀਗਾ, ਇੱਕ ਖੱਟਾ ਬੰਦਾ ਸੀ, ਜਾਣੀ ਚੰਗੇ ਜੁੱਸੇ ਦਾ ਸਰੀਰ ਸੀਗਾ ਉਹਦਾ। ਔਰ ਇਸ ਦੌਰਾਨ ਗਿੱਲ ਸਾਹਿਬ ਬਹੁਤ ਸਾਰੀਆਂ ਸੈਂਟਰ ਦੀਆਂ ਏਜੰਸੀਆਂ ਪੰਜਾਬ ਪਹੁੰਚੀਆਂ ਹੋਈਆਂ ਨੇ। NIA ਸਮੇਤ ਜਿੰਨੀਆਂ ਸੈਂਟਰ ਦੀਆਂ ਏਜੰਸੀਆਂ ਉਹ ਪੰਜਾਬ ਨੇ। ਪੰਜਾਬ ਦੀਆਂ ਜਿੰਨੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹ ਸਾਰੀਆਂ ਇਸ ਮਸਲੇ ਦੇ ਉੱਤੇ ਜਾਂਚ ਕਰ ਰਹੀਆਂ ਨੇ। ਅੱਜ ਕੇਂਦਰੀ ਕਾਨੂੰਨ ਮੰਤਰੀ ਨੇ ਜਿਹੜੇ ਉਹ ਪੰਜਾਬ ਪਹੁੰਚੇ ਨੇ। ਔਰ ਸੈਂਟਰ ਗਿੱਲ ਸਾਹਿਬ ਇਸ ਮਸਲੇ ਦੇ ਵਿੱਚ ਬਹੁਤ ਦਿਲਚਸਪੀ ਦਿਖਾ ਰਿਹਾ। ਸੈਂਟਰ ਦਾ ਕਹਿਣਾ ਇਹ ਹੈਗਾ
ਕਿ ਪੰਜਾਬ ਦੀ ਜਿਹੜੀ ਕਾਨੂੰਨੀ ਵਿਵਸਥਾ ਹੈਗੀ ਉਹ ਖਰਾਬ ਹੋ ਸਕਦੀ ਆ। ਔਰ ਉਹਦੇ ਵਿੱਚੋਂ ਕਿਉਂਕਿ ਜਦੋਂ ਸੈਂਟਰ ਦੀਆਂ ਏਜੰਸੀਆਂ ਇਸ ਰੂਪ 'ਚ ਇਨਵੋਲਵ ਹੋਣ ਆ ਕੇ ਕਿਸੇ ਮਸਲੇ ਦੀ ਤਹਿਕੀਕਾਤ ਕਰਨ ਦੇ ਲਈ, ਜਾਂਚ ਕਰਨ ਦੇ ਲਈ, ਤਾਂ ਉਸ ਤੋਂ ਬਾਅਦ ਪੰਜਾਬ ਦੇ ਗੱਭਰੂਆਂ ਦਾ, ਪੰਜਾਬ ਦੇ ਨੌਜਵਾਨਾਂ ਵਾਲੇ ਪਾਸੇ ਨੂੰ ਜਿਹੜਾ ਉਹ ਫੜੋ ਫੜੀ ਵੀ ਸ਼ੁਰੂ ਹੋ ਜਾਂਦੀ ਹੁੰਦੀ ਆ। ਸੋ ਇਸ ਕਰਕੇ ਮਸਲੇ ਦੀਆਂ ਤਹਿ ਤੱਕ ਕਹਿੰਦੇ ਜਾਣਾ ਗਾ ਜਿਹੜਾ ਸੈਂਟਰ ਦੀਆਂ ਏਜੰਸੀਆਂ ਦਾ ਅਗਲਾ ਟਾਸਕ ਹੋ ਸਕਦਾ ਗਾ। ਸੋ ਬੜਾ ਗੰਭੀਰ ਮਸਲਾ ਗਾ ਜੀ, ਔਰ ਇਹਦੇ ਤੇ ਸਿਆਸਤ ਵੀ ਹੋ ਰਹੀ ਹੈ। ਸਾਰੀਆਂ ਹੀ ਪਾਰਟੀਆਂ ਇੱਕ ਦੂਜੇ ਕਣੀ ਨੂੰ ਇਸ਼ਾਰੇ ਕਰ ਰਹੀਆਂ। ਕਰਨਜੀਤ ਚੰਨੀ ਹੋਰਾਂ ਨੇ ਕਿਹਾ ਸੀ ਕਿ ਜਦੋਂ ਤੋਂ ਅਸੀਂ ਨਸ਼ਿਆਂ ਵਾਲੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਉਦੋਂ ਤੋਂ ਇਹ ਘਟਨਾਵਾਂ ਵਾਪਰ ਰਹੀਆਂ। ਉਹ ਕਹਿੰਦੇ ਅਸੀਂ ਜਾਂਚ ਹੀ ਇਸ ਰੂਪ ਦੇ ਵਿੱਚ ਕਰ ਰਹੇ ਹਾਂ। ਉੱਧਰੋਂ ਜਿਹੜੇ ਸੁਖਬੀਰ ਬਾਦਲ ਨੇ ਉਹ ਕਹਿ ਰਹੇ ਨੇ ਕਿ ਸਿਆਸਤ ਕਰ ਰਹੇ ਨੇ, ਅਸਲ ਦੇ ਵਿੱਚ ਇਹਨਾਂ ਤੋਂ ਕਾਨੂੰਨ ਵਿਵਸਥਾ ਨਹੀਂ ਸਮਝਦੀ। ਉੱਧਰੋਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਸੈਂਟਰ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਭਾਈ ਪੰਜਾਬ 'ਚ ਕੁਛ ਹੋ ਸਕਦਾ, ਪੰਜਾਬ ਪੁਲਿਸ ਨੇ ਕਿਉਂ ਨਾ ਕਾਰਵਾਈ ਕੀਤੀ। ਸੋ ਮਸਲੇ ਦੇ ਉੱਤੇ ਸਿਆਸਤ ਤਾਂ ਹਰ ਪਾਰਟੀ ਕਰ ਰਹੀ ਆ। ਮਸਲੇ ਦੀ ਤਹਿ ਤੱਕ ਜਾ ਕੇ ਮਸਲਾ ਕਿਵੇਂ ਵਾਪਰਿਆ ਇਹ ਕਿਸੇ ਵੀ ਪਾਰਟੀ ਦਾ ਏਜੰਡਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਜੀ ਗਿੱਲ ਸਾਹਿਬ, ਪਤਾ ਨਹੀਂ ਕਿਵੇਂ ਰਾਜਨੀਤਿਕ ਸੋਚਦੇ ਨੇ ਇਸ ਪੰਜਾਬ ਦੇ ਬਾਰੇ। ਇਹਨੂੰ ਜਦ ਸ਼ੱਕੀ ਜਾਣਗੇ ਇੱਕ ਦਿਨ ਮੁੱਕ ਜਾਊਗਾ। ਕਿਹਦੇ ਤੇ ਰਾਜ ਕਰਨਗੇ? ਪਟੋਲਾ ਆਇਆ ਹੋਇਆ ਹੱਥ ਇਹਨਾਂ ਦੇ, ਇਹਨਾਂ ਨੇ ਇਹਨੂੰ ਛੱਡਣਾ ਨਹੀਂ, ਇਹਨੂੰ ਪਾੜ ਦੇਣਗੇ। ਕੋਈ ਵੀ ਰਾਜਨੀਤਿਕ ਪਾਰਟੀ ਹੈ ਜਿਹੜੀ, ਕੋਈ ਕਿਸੇ ਤੋਂ ਘੱਟ ਨਹੀਂ। ਮਿਰਗਾਂ ਦੀ ਡਾਰ ਹੈ, ਕੋਈ ਕੰਮ ਚਾਲਾ ਨਹੀਂ, ਇੱਕ ਤੋਂ ਗਾਂਹ ਵੱਧ ਕੇ ਜਿਹੜੀਆਂ ਛਾਲਾਂ ਮਾਰਦੇ ਨੇ। ਕੋਈ ਵੀ ਪੋਲੀਟੀਕਲ ਪਾਰਟੀ, ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਹਦੇ ਤੋਂ ਤੁਸੀਂ ਪਰਾਂ ਨਹੀਂ ਕਰ ਸਕਦੇ। ਅੱਛਾ, ਹੋਰ ਰਾਜਨੀਤੀ ਦੀਆਂ ਕੀ ਖਬਰਾਂ ਜੀ? ਫਿਰ ਹਲੇ ਆਪਣੇ ਕੇਜਰੀਵਾਲ ਹੁਣੀ ਕਰਕੇ ਨਹੀਂ ਗਏ, CM ਦਾ ਚਿਹਰਾ ਦੱਸ ਕੇ ਨਹੀਂ ਗਏ, ਅਤੇ ਹੋਰ ਲਿਸਟ ਇੱਕ ਨਵੀਂ ਆ ਗਈ। ਭਗਵੰਤ ਮਾਨ ਦਾ ਕੀ ਹਾਲ ਹੈ? ਜੀ ਗਿੱਲ ਸਾਹਿਬ, ਬਾਕੀ ਜੀ ਹਰ ਵਾਰ ਜਦੋਂ ਕੇਜਰੀਵਾਲ ਪੰਜਾਬ ਆਉਂਦੇ ਨੇ ਮੈਨੂੰ ਲੱਗਦਾ ਭਗਵੰਤ ਮਾਨ ਤਾਂ ਬਹੁਤ ਖੁਸ਼ ਹੁੰਦਾ। ਉਹ ਅੰਦਰੋਂ ਅੰਦਰੀ ਵੀ ਲਓ ਜੀ ਐਤਕੀ ਤਾਂ ਗੁਣਾ ਪਾਈ ਜਾਣਾ, ਐਤਕੀ ਤਾਂ ਗੁਣਾ ਪਾਈ ਜਾਣਾ, ਐਤਕੀ ਤਾਂ ਅਨਾਊਂਸ ਕਰ ਹੀ ਦੇਣਗੇ ਕਿ ਜੀ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਵੇਗਾ। ਪਰ ਹਰ ਵਾਰ ਗਿੱਲ ਸਾਹਿਬ ਅਰਵਿੰਦ ਕੇਜਰੀਵਾਲ ਅਨਾਊਂਸ ਨਹੀਂ ਕਰਦੇ। ਸੋ ਅੱਜ ਤੀਜੀ ਲਿਸਟ ਆ ਜਿਹੜੀ ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਹੈ ਜੀ। ਸਭ ਤੋਂ ਪਹਿਲਾਂ 10 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਉਸ ਤੋਂ ਬਾਅਦ 30 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਅੱਜ ਤੀਜੀ ਲਿਸਟ ਆ ਜਿਹੜੀ 18 ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਗਈ ਹੈ। ਇਹ 'ਚ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਉਮੀਦਵਾਰ ਬਣਾਏ ਗਏ ਨੇ, ਫਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ, ਹੁਸ਼ਿਆਰਪੁਰ ਤੋਂ ਪੰਡਿਤ ਸ਼ੰਕਰ, ਇਸ ਤੋਂ ਇਲਾਵਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅਤਰੀ ਤੋਂ ADC ਜਸਵਿੰਦਰ ਸਿੰਘ, ਬਾਬਾ ਬਕਾਲਾ ਤੋਂ ਦਲਵੀਰ ਸਿੰਘ, ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਜਲਾਲਾਬਾਦ ਤੋਂ ਜਗਦੀਪ ਗੋਲਡੀ ਕੰਬੋਜ। ਸੋ ਇੱਕ ਗੱਲ ਪੱਕੀ ਹੋ ਗਈ ਜੀ ਗਿੱਲ ਸਾਹਿਬ ਕਿ ਭਗਵੰਤ ਮਾਨ ਨੂੰ ਐਤਕੀ ਜਲਾਲਾਬਾਦ ਤੋਂ ਨਹੀਂ ਲਿਜਾਇਆ ਜਾ ਰਿਹਾ। ਸੋ ਪਿਛਲੀ ਵਾਰ ਜਲਾਲਾਬਾਦ ਤੋਂ ਜਿਹੜਾ ਭਗਵੰਤ ਮਾਨ ਹੋਰਾਂ ਨੂੰ ਸੁਖਬੀਰ ਬਾਦਲ ਦੇ ਬਰਾਬਰ ਤੇ ਚੋਣ ਲੜਾਤੀ ਸੀ, ਸੋ ਐਤਕੀ ਨਹੀਂ ਲੜਾਈ ਜਾ ਰਹੀ ਜੀ ਭਗਵੰਤ ਮਾਨ ਹੋਰਾਂ ਨੂੰ। ਇਹਦਾ ਮਤਲਬ ਐਤਕੀ ਭਗਵੰਤ ਮਾਨ ਹੋਰਾਂ ਨੂੰ ਕਿਤੋਂ ਹੋਰ ਜਿਹੜੀ ਚੋਣ ਹੈਗੀ ਉਹ ਲੜਾਈ ਜਾਣੀ ਹੈ। ਹਲਕਾ ਸ਼ਤਰਾਣਾ ਤੋਂ ਕੁਲਵੰਤ ਸਿੰਘ ਬਾਜੀਗਰ। ਸੋ ਇਸ ਤਰੀਕੇ ਨਾਲ 18 ਉਮੀਦਵਾਰਾਂ ਦੀ ਲਿਸਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਆ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਅੱਜ ਗੁਰਦਾਸਪੁਰ ਦਾ ਦੌਰਾ ਕੀਤਾ ਜੀ, ਔਰ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਤੇ ਲੁਧਿਆਣਾ ਬੰਬ ਧਮਾਕੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਆ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਰਾਜ ਕਰ ਰਹੀ ਕਮਜ਼ੋਰ ਸਰਕਾਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ 'ਚ ਅਸਫਲ ਸਿੱਧ ਹੋ ਰਹੀ ਆ। ਸੋ ਇੱਧਰ ਗਿੱਲ ਸਾਹਿਬ ਕੇਜਰੀਵਾਲ ਹੋਰੀ ਪੰਜਾਬ 'ਚ ਨੇ, ਉੱਧਰ ਇਹਨਾਂ ਦੇ ਘਰ ਮੂਹਰੇ ਧਰਨਾ ਚੱਲੀ ਜਾਂਦਾ। ਧਰਨਾ ਲਾਇਆ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ। ਸੋ ਇਹ ਅਸਲ ਦੇ ਵਿੱਚ ਆਪਾਂ ਜਦੋਂ ਗਿੱਲ ਸਾਹਿਬ ਪੰਜਾਬੀ ਆਮ ਤੌਰ ਤੇ ਕਹਿੰਦੇ ਨਹਿਲੇ ਤੇ ਦਹਿਲਾ, ਤਾਂ ਇਹ ਹੈ ਜੀ ਨਹਿਲੇ ਤੇ ਦਹਿਲਾ। ਜਦੋਂ ਕੇਜਰੀਵਾਲ ਸਾਹਿਬ ਪੰਜਾਬ ਆਏ, ਪੰਜਾਬ ਆ ਕੇ ਕਾਂਗਰਸ ਦੀ ਸਰਕਾਰ ਦੀ ਆਲੋਚਨਾ ਕਰ ਰਹੇ ਨੇ, ਤਾਂ ਉੱਧਰ ਦਿੱਲੀ ਦੇ ਵਿੱਚ ਜਿਹੜੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਪ੍ਰਧਾਨ ਯੂਥ ਦੇ ਵਰਿੰਦਰ ਸਿੰਘ ਢਿੱਲੋਂ, ਉਹ ਨਾਲ ਰੋਡਵੇਜ਼ ਦੇ ਡਰਾਈਵਰ ਤੇ ਕੰਡਕਟਰ ਲੈ ਗਏ, ਕਹਿੰਦੇ ਰਾਜੇ ਵੜਿੰਗ ਪੂਰੀ ਬੱਸ ਭਰ ਕੇ। ਉੱਥੇ ਜਾ ਕੇ ਧਰਨਾ ਲਾ ਕੇ ਉਹ ਅਰਵਿੰਦ ਕੇਜਰੀਵਾਲ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਜਿਹੜੀਆਂ ਪੰਜਾਬ ਸਰਕਾਰ ਦੀਆਂ ਬੱਸਾਂ ਨੇ, ਉਹਨਾਂ ਨੂੰ ਤਾਂ ਦਿੱਲੀ ਏਅਰਪੋਰਟ ਦੇ ਉੱਤੇ ਜਾਣ ਨਹੀਂ ਦਿੰਦੇ, ਤੇ ਜਿਹੜੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਉਹ ਦਿੱਲੀ ਏਅਰਪੋਰਟ ਦੇ ਉੱਤੇ ਦਣਦਣਾਉਂਦੀਆਂ ਜਾਂਦੀਆਂ ਨੇ। ਉਹ ਤਾਂ ਸੜਕਾਂ ਤੋਂ ਨੋਟ ਚੁੱਕਦੀਆਂ ਤੁਰੀਆਂ ਫਿਰਦੀਆਂ ਨੇ ਇੰਡੋ ਕੈਨੇਡੀਅਨ, ਪਰ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ ਨੇ ਉਹਨਾਂ ਨੂੰ ਵੜਨ ਨਹੀਂ ਦਿੰਦੇ ਏਅਰਪੋਰਟ ਕਣੀ ਨੂੰ। ਤਾਂ ਇਹ ਜਿਹੜੀ ਗੱਲ ਆ ਗਿੱਲ ਸਾਹਿਬ, ਇਹ ਪਿਛਲੇ ਕਾਫੀ ਸਮੇਂ ਤੋਂ ਕਾਂਗਰਸੀ ਆਗੂ ਕਹਿੰਦੇ ਆ ਰਹੇ ਨੇ, ਔਰ ਕੁਛ ਕਾਂਗਰਸੀ ਆਗੂ ਇਹ ਵੀ ਕਹਿੰਦੇ ਨੇ ਕਿ ਬਿਕਰਮਜੀਤ ਮਜੀਠੀਆ ਤੋਂ ਜਦੋਂ ਮਾਫੀ ਮੰਗੀ ਸੀ ਉਦੋਂ ਕਹਿੰਦੇ ਗੱਲ ਹੋਈ ਸੀ ਵੀ ਮਾਫੀ ਉਹਨੇ ਦਿੱਤੀ ਤਾਂ ਸੀ ਵੀ ਬੱਸਾਂ ਨੇ ਜਿਹੜੀਆਂ
ਉਹ ਰਿਪੋਰਟ ਤੱਕ ਉਹਨਾਂ ਦੀਆਂ ਜਾਣਗੀਆਂ। ਤਾਂ ਇਹ ਚਰਚਾ ਚੱਲ ਰਹੀ ਹੈ। ਦੂਜੇ ਪਾਸੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਆਪ ਅਣਗਹਿਲੀ ਕਰ ਰਹੀ ਆ, ਔਰ ਜਿਹੜੀਆਂ ਇੰਡੋ ਕੈਨੇਡੀਅਨ ਜਾ ਰਹੀਆਂ ਜਾਂ ਬਾਦਲਾਂ ਦੀਆਂ ਬੱਸਾਂ ਜਿਹੜੀਆਂ ਦਿੱਲੀ ਏਅਰਪੋਰਟ ਨੂੰ ਜਾ ਰਹੀਆਂ, ਉਹ ਬੱਸਾਂ ਨੇ ਜਿਹੜੀਆਂ ਪੰਜਾਬ ਤੋਂ ਸਿੱਧੀਆਂ ਚੱਲਦੀਆਂ ਨੇ, ਰਾਹ 'ਚ ਉਹ ਅੱਡਿਆਂ 'ਤੇ ਰੁਕਦੀਆਂ ਨਹੀਂ, ਔਰ ਇਸ ਕਰਕੇ ਉਹਨਾਂ ਨੂੰ ਇਜਾਜ਼ਤ ਆ। ਕਹਿੰਦੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਬੱਸਾਂ ਨੇ ਉਹ ਰਸਤੇ 'ਚ ਅੱਡਿਆਂ ਦੇ ਉੱਤੇ ਰੁਕਦੀਆਂ ਨੇ, ਉਹ ਸਿੱਧੀਆਂ ਬੱਸਾਂ ਪਾਉਂਦੇ ਨਹੀਂ, ਇਸ ਕਰਕੇ ਇਜਾਜ਼ਤ ਨਹੀਂ ਦਿੰਦੇ। ਸੋ ਮਸਲਾ ਕੀ ਹੈ ਤਾਂ ਕੇਜਰੀਵਾਲ ਸਾਹਿਬ ਸਪਸ਼ਟ ਕਰ ਸਕਦੇ ਨੇ, ਉਹਨਾਂ ਨੂੰ ਕਰਨਾ ਚਾਹੀਦਾ, ਜਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸਪਸ਼ਟ ਕਰ ਸਕਦਾ, ਉਹਨੂੰ ਕਰਨਾ ਚਾਹੀਦਾ। ਤਾਂ ਹੁਣ ਮਸਲਾ ਲੇਕਿਨ ਦੂਜੇ ਪਾਸੇ ਇਸ ਤਰੀਕੇ ਨਾਲ ਘੁੰਮ ਰਿਹਾ ਕਿ ਅਰਵਿੰਦ ਕੇਜਰੀਵਾਲ ਇੱਧਰ ਆਏ ਹੋਏ ਨੇ ਤੇ ਉੱਧਰ ਰਾਜਾ ਵੜਿੰਗ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਪਾਸੇ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ 'ਚ ਆਏ ਸੀ, ਉਹਨਾਂ ਨੇ ਆ ਕੇ ਪੰਜਾਬ 'ਚ ਕੱਚੇ ਅਧਿਆਪਕਾਂ ਦੇ ਧਰਨਿਆਂ 'ਚ ਸ਼ਮੂਲੀਅਤ ਕੀਤੀ ਸੀ, ਔਰ ਸ਼ਮੂਲੀਅਤ ਕਰਕੇ ਕਿਹਾ ਸੀ ਅਸੀਂ ਤੁਹਾਨੂੰ ਪੱਕੇ ਕਰਾਂਗੇ। ਉੱਧਰ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਬਾਰ 'ਚ ਵਾਕਿਆ ਸੀ ਕੇਜਰੀਵਾਲ ਦੇ ਦਿੱਲੀ, ਉੱਥੇ ਗਿੱਲ ਸਾਹਿਬ ਦਿੱਲੀ ਦੇ ਅਧਿਆਪਕ ਧਰਨਾ ਲਾਈ ਬੈਠੇ ਸੀ, ਉਹਨਾਂ ਨੂੰ ਸਿੱਧੂ ਸੰਬੋਧਨ ਕਰਕੇ ਆਇਆ ਸੀ, ਔਰ ਉਦੋਂ ਸਿੱਧੂ ਨੇ ਕਿਹਾ ਸੀ ਵੀ ਤੁਸੀਂ ਪੰਜਾਬ ਵਾਲਿਆਂ ਨੂੰ ਕੱਚਿਆਂ ਨੂੰ ਪੱਕੇ ਬਾਅਦ 'ਚ ਕਰਿਓ, ਪਹਿਲਾਂ ਦਿੱਲੀ ਵਾਲਿਆਂ ਦੀ ਸਾਰ ਲੈ ਲਓ। ਤੇ ਹੁਣ ਉੱਧਰ ਰਾਜਾ ਵੜਿੰਗ ਥਾਪੀਆਂ ਮਾਰ ਰਿਹਾ ਇਹਨਾਂ ਦੇ ਘਰ ਮੂਹਰੇ ਜੀ। ਅਖੀਰ ਦੀ ਖਬਰ ਇਹ ਸੁਣਾਓ ਜੀ, ਮੋਰਚੇ ਤੋਂ ਸਾਲ ਵੱਧ ਉੱਥੇ ਮੋਰਚੇ ਤੇ ਬਹੁਤ ਨੇ ਜਿਹੜੇ ਵਾਪਸੇ ਨਹੀਂ ਮੁੜੇ ਘਰਾਂ ਨੂੰ, ਉਹਨੇ 1 ਸਾਲ ਦਾ ਸਮਾਂ ਉੱਥੇ ਹੀ ਰਹੇ, ਜਦ ਹੁਣ ਉਹ ਘਰਾਂ ਨੂੰ ਆ ਰਹੇ ਨੇ ਟਰਾਲੀਆਂ ਤੇ ਸਮਾਨ ਲੱਦ ਕੇ ਸਾਰਾ ਕੁਛ, ਜਾਂ ਪਿੰਡਾਂ 'ਚ ਪਹੁੰਚਦੇ ਆ, ਕਿਹੋ ਜਿਹਾ ਮਾਹੌਲ ਹੈ ਜੀ? ਗਿੱਲ ਸਾਹਿਬ ਬਹੁਤ ਸੋਹਣਾ ਸਵਾਗਤ ਹੁੰਦਾ ਉਹਨਾਂ ਦਾ, ਬਹੁਤ ਉਹਨਾਂ ਦਾ ਮਾਣ ਸਤਿਕਾਰ ਹੁੰਦਾ ਹੈ। ਉਹ ਬਜ਼ੁਰਗਾਂ ਨੂੰ ਚੈਨਲ ਵਾਲੇ ਵੀ ਭਾਲਦੇ ਫਿਰਦੇ ਨੇ ਪੱਤਰਕਾਰ, ਕਿ ਜਿਹੜੇ 26 ਨਵੰਬਰ ਨੂੰ ਦਿੱਲੀ ਗਏ ਸੀ ਮੁੜੇ ਨਹੀਂ, ਜਿਹੜੇ ਕਹਿੰਦੇ ਸੀ ਕਿ ਜਾਂ ਤਾਂ ਅਸੀਂ ਜਿੱਤ ਕੇ ਮੁੜਾਂਗੇ ਅੰਦੋਲਨ, ਤੇ ਜੇ ਜਿੱਤ ਕੇ ਮੁੜੇ ਤਾਂ ਸਾਡੇ ਆਉਂਦਿਆਂ ਦੇ ਗਲਾਂ 'ਚ ਹਾਰ ਪਾ ਦਿਓ, ਤੇ ਜੇ ਅਸੀਂ ਉੱਥੋਂ ਸ਼ਹੀਦ ਹੋ ਕੇ ਮੁੜੇ ਤਾਂ ਸਾਡੀ ਡੈਡ ਬੋਡੀ ਦੇ ਉੱਤੇ, ਸਾਡੀ ਮ੍ਰਿਤਕ ਦੇਹ ਦੇ ਉੱਤੇ ਹਾਰ ਪਾ ਦਿਓ। ਤਾਂ ਉਹਨਾਂ ਦੇ ਜਿਹੜੇ ਜਿੱਤ ਕੇ ਮੁੜ ਰਹੇ ਨੇ ਉਹਨਾਂ ਦਾ ਬਹੁਤ ਸ਼ਾਨਦਾਰ ਸਵਾਗਤ ਹੋ ਰਿਹਾ ਜੀ। ਔਰ ਸੰਗਤ ਮੰਡੀ ਨੇੜੇ ਪਿੰਡ ਹੈ ਚੁੱਗੇ ਕਲਾਂ, ਚੁੱਗੇ ਕਲਾਂ ਦੇ ਪਿੰਡ ਵਾਲਿਆਂ ਵੱਲੋਂ ਉਹਨਾਂ ਦੇ ਪਿੰਡ ਦਾ ਯਾਦਵਿੰਦਰ ਸਿੰਘ ਨੰਬਰਦਾਰ, ਉਹ 1 ਸਾਲ 16 ਦਿਨ ਬਿਨਾਂ ਨਾਗੇ ਘਰ ਨਹੀਂ ਆਇਆ। 26 ਨਵੰਬਰ ਨੂੰ ਦਿੱਲੀ ਗਿਆ ਸੀ, ਮੁੜ ਕੇ ਘਰ ਨਹੀਂ ਆਇਆ, ਹੁਣ ਜਿੱਤ ਕੇ ਘਰ ਆਇਆ। ਤਾਂ ਉਹਨੂੰ ਕਾਰ ਦਿੱਤੀ ਹੈ ਜੀ ਪਿੰਡ ਵਾਲਿਆਂ ਨੇ, ਪਿੰਡ ਪਹੁੰਚੇ ਨੂੰ, ਔਰ ਕਾਰ ਨਾਲ ਉਹਦਾ ਸਨਮਾਨ ਆ ਜਿਹੜਾ ਅੱਜ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ। ਉਹ ਇਹ ਬੜਾ ਸ਼ਾਨਦਾਰ ਸਵਾਗਤ ਆ ਜਿਹੜਾ ਪਿੰਡਾਂ ਵਾਲਿਆਂ ਨੇ ਉਹ ਕੀਤਾ ਗਾ। ਦੂਜੇ ਪਾਸੇ ਗਿੱਲ ਸਾਹਿਬ 2 ਕਿਸਾਨ ਜਥੇਬੰਦੀਆਂ ਦੇ ਧਰਨੇ ਚੱਲ ਰਹੇ ਨੇ, ਇੱਕ ਦਾ DC ਦਫ਼ਤਰਾਂ ਮੂਹਰੇ ਚੱਲ ਰਿਹਾ ਚੰਨੀ ਸਰਕਾਰ ਖਿਲਾਫ, ਤੇ ਦੂਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ ਰੇਲਵੇ ਟਰੈਕ ਦੇ ਉੱਤੇ ਚੱਲ ਰਿਹਾ। ਦੁਆਬੇ ਤੇ ਮਾਝੇ ਦੇ ਵਿੱਚ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਰੇਲਵੇ ਟਰੈਕ ਆ ਜਿਹੜੇ ਘੇਰੇ ਹੋਏ ਨੇ। ਇੱਧਰੋਂ ਰਾਜੇਵਾਲ ਸਾਹਿਬ ਤਿਆਰੀ ਕਰ ਰਹੇ ਆ ਜੀ ਵੋਟਾਂ ਦੀ, ਮੀਟਿੰਗਾਂ ਹੋ ਰਹੀਆਂ 25 ਜਥੇਬੰਦੀਆਂ ਕਿਸਾਨਾਂ ਦੀਆਂ 32 'ਚੋਂ, ਔਰ 25 ਦੀ ਮੀਟਿੰਗ ਲਗਾਤਾਰ ਉਹਨਾਂ ਦਾ ਆਪਸ ਦੇ ਵਿੱਚ ਰਾਬਤਾ ਬਣਿਆ ਹੋਇਆ ਜੀ। ਕਿਹੜੀ ਸੀਟ ਤੋਂ ਕਿਹੜਾ ਲੜੂ, ਕਿਹੜੀ ਤੋਂ ਕਿਹੜਾ ਲੜੂ, ਇਹਨੂੰ ਲੈ ਕੇ ਚਰਚਾ ਚੱਲ ਰਹੀ ਆ। ਔਰ ਦੱਸਣ ਵਾਲੇ ਦੱਸਦੇ ਨੇ ਕਿ ਕੁਛ ਕਿਸਾਨ ਆਗੂ ਦੁਚਿੱਤੀ ਦੇ ਵਿੱਚ ਨੇ, ਉਹ ਸੋਚਦੇ ਨੇ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ ਚੋਣ ਲੜੀ ਜਾਵੇ ਜਾਂ ਇਕੱਲਿਆਂ ਚੋਣ ਲੜੀ ਜਾਵੇ। ਸੋ ਇਹ ਤੈਅ ਹੋ ਚੁੱਕਿਆ ਕਿ ਕਿਸਾਨ ਜਥੇਬੰਦੀਆਂ 25, ਜਿਨ੍ਹਾਂ ਦੇ ਵਿੱਚ ਕਾਫੀ ਕਿਸਾਨ ਜਥੇਬੰਦੀਆਂ, ਮੇਨਲੀ 2-3 ਕਿਸਾਨ ਆਗੂ ਨੇ ਜਿਹੜੇ ਚੋਣਾਂ 'ਚ ਨਹੀਂ ਹਿੱਸਾ ਲੈ ਰਹੇ, ਇੱਕ ਦਰਸ਼ਨਪਾਲ ਹੋਰੀ ਡਾਕਟਰ, ਇੱਕ ਸਰਜੀਤ ਫੂਲ ਹੋਰੀ, ਇੱਕ ਜਗਜੀਤ ਸਿੰਘ ਡੱਲੇਵਾਲ ਹੋਰੀ, ਇਹ 32 ਜਥੇਬੰਦੀਆਂ 'ਚੋਂ ਹਿੱਸਾ ਨਹੀਂ ਲੈ ਰਹੇ। ਤਾਂ ਬਾਕੀ ਜਿਹੜੀਆਂ ਨੇ 25 ਜਥੇਬੰਦੀਆਂ, 7 ਨਹੀਂ ਲੈ ਰਹੀਆਂ, 25 ਜਥੇਬੰਦੀਆਂ ਹਿੱਸਾ ਲੈਣ ਦਾ ਮਨ ਬਣਾ ਚੁੱਕੀਆਂ ਨੇ। ਉਹਨਾਂ 'ਚ ਹੁਣ ਇਹ ਦੁਚਿੱਤੀ ਆ ਵੀ ਇਕੱਲੇ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਬਣਾ ਕੇ ਚੋਣ ਲੜੀ ਜਾਵੇ ਜਾਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ ਚੋਣ ਲੜੀ ਜਾਵੇ। ਜੀ ਗੱਲ ਸਾਹਿਬ। ਲਓ ਜੀ, ਹੁਣ ਮੰਗਲਵਾਰ ਸਵੇਰੇ ਆਪਣੀ ਗੱਲਬਾਤ ਹੋਏਗੀ। ਸੋਮਵਾਰ ਦੀ ਛੁੱਟੀ ਹੈ, ਇੱਥੇ ਛੁੱਟੀਆਂ ਦਾ ਜਿਹੜਾ ਸੀਜ਼ਨ ਹੈ, ਅਤੇ ਮੰਗਲਵਾਰ ਤੁਹਾਡੇ ਨਾਲ ਫਿਰ ਸ਼ਾਮਲ ਹੁੰਦੇ। ਧੰਨਵਾਦ ਤੇ ਸ਼ੁਭ ਸ਼ਾਮ। ਸ਼ੁਕਰੀਆ ਜੀ ਗੱਲ ਸਾਹਿਬ, ਸਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਧਾਰਮਿਕ ਲੀਡਰ ਨੇ ਇਹ ਸਾਰੀ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਉਹਨਾਂ ਦੇ ਵਿਚਾਰ ਹੋ ਸਕਦੇ, ਪਰ ਇਲਾਹਾਬਾਦ ਦੇ ਵਿੱਚ ਜਿਹੜੀ ਗੱਲਬਾਤ ਉੱਥੇ ਹੋਈ ਹੈ ਉਹ ਬੜੀ, ਮੈਂ ਤੁਹਾਨੂੰ ਪਹਿਲਾਂ ਜਿਵੇਂ ਸੁਣਾਇਆ ਵੀ ਅੰਨਾਪੂਰਨਾ ਮਾਂ ਜਿਹੜੀ ਮਹਾਮੰਡਲੇਸ਼ਵਰ ਨਿਰੰਜਨੀ ਅਖਾੜਾ, ਉਹਨੇ ਵੀ ਜਿਹੜੀ ਗੱਲ ਕਹੀ ਹੈ ਕਿ 9 ਨਹੀਂ ਲਿਆ, ਪਰ ਉਹਨੇ ਕਿਹਾ ਵੀ 100 ਫੌਜੀ ਕਰੋ, ਸਿਪਾਹੀ ਕਰੋ ਇਕੱਠੇ, ਅਤੇ 20 ਲੱਖ ਮਾਰਨਾ ਪਊ। ਅੱਛਾ, ਉਹਦੇ ਬਾਅਦ ਧਰਮਦਾਸ ਮਹਾਰਾਜ ਬਿਹਾਰ ਤੋਂ, ਉਹ ਕਹਿੰਦਾ ਜੇ ਮੈਂ ਪਾਰਲੀਮੈਂਟ 'ਚ ਹੁੰਦਾ ਜਾਂ ਮਨਮੋਹਨ ਸਿੰਘ ਨੇ ਇਹ ਗੱਲ ਕੀਤੀ
ਤੇ ਜਿੱਥੇ ਉਹਨੇ ਕਿਹਾ ਸੀ ਵੀ ਘੱਟ ਗਿਣਤੀਆਂ ਨੂੰ ਜਿਹੜੇ ਦੇਸ਼ ਦੇ ਕੁਦਰਤੀ ਅਸਾਸੇ ਨੇ ਉਹਨਾਂ ਤੇ ਪਹਿਲਾ ਹੱਕ ਹੈ। ਕਹਿੰਦਾ ਮੈਂ ਨੱਥੂ ਰਾਮ ਗੌਡਸੇ ਵਾਲਾ ਕੰਮ ਕਰਨਾ ਸੀ ਤੇ ਮੈਂ 6 ਗੋਲੀਆਂ ਉਹਦੇ ਕਹਿੰਦਾ ਛਾਤੀ 'ਚ ਮਾਰਨੀਆਂ ਸੀ। ਹੁਣ ਇਹ ਦੇਖਿਓ ਲੈਵਲ ਕੀ ਹੈ। ਤੁਸੀਂ ਪੰਜਾਬ ਦੇ ਵਿੱਚ ਮਾੜੀ ਜੀ ਗੱਲ ਕਰਕੇ ਵੇਖਿਓ ਕਿਤੇ ਕੋਈ ਨਿਸ਼ਾਨ ਦੀ, ਕੋਈ ਝੰਡੇ ਦੀ, ਕੋਈ ਵੱਧ ਅਧਿਕਾਰਾਂ ਦੀ, ਫਿਰ ਦੂਜੇ ਦਿਨ ਦੇਖੋ ਬਣਦਾ ਕੀ ਹੈ। ਫਿਰ ਆਨੰਦ ਸਰੂਪ ਮਹਾਰਾਜ ਜੀ ਉਹ ਕਹਿੰਦੇ ਨੇ, ਉਹ ਕਹਿੰਦੇ ਜੇ ਗੌਰਮੈਂਟ ਨਹੀਂ ਸਾਨੂੰ ਲਿਸਨ ਕਰਦੀ ਤਾਂ ਫਿਰ ਇਹ ਜਿਹੜਾ ਹਿੰਦੂ ਰਾਸ਼ਟਰ ਨੂੰ ਬਣਾਉਣ ਦੇ ਲਈ ਸਾਨੂੰ ਜਿਹੜਾ ਇੱਕ ਲੜਾਈ ਜਿਹੜੀ ਸ਼ੁਰੂ ਕਰਨੀ ਪਊਗੀ, ਜਿਵੇਂ 1857 ਦਾ ਗਦਰ ਸੀ। ਅਤੇ ਉਸ ਤੋਂ ਬਾਅਦ ਇੱਕ ਹੋਰ ਨੇ ਸਾਗਰ ਸਿੰਧੂ ਰਾਜ ਮਹਾਰਾਜ, ਉਹ ਕਹਿ ਰਹੇ ਨੇ ਵੀ 5000 ਰੁਪਈਏ ਦਾ ਮੋਬਾਈਲ ਲਓ, ਮਹਿੰਗਾ ਨਾ ਲਓ, ਅਤੇ 1 ਲੱਖ ਦਾ ਵੈਪਨ ਲਓ, ਅਤੇ ਤਾਂ ਘੱਟੋ ਘੱਟ ਡਾਂਗਾਂ ਅਤੇ ਸ੍ਰੀ ਸਾਹਿਬ ਜਿਹੜੀਆਂ ਤਲਵਾਰਾਂ ਤਾਂ ਕਿਰਪਾਨਾਂ ਤਾਂ ਕੋਲ ਹੋਣ। ਅਤੇ ਸਵਾਮੀ ਪਰਮਾਨੰਦ ਮਹਾਰਾਜ ਕਹਿੰਦੇ ਨੇ, ਕਹਿੰਦੇ ਵੈਪਨ ਲਓ, ਹਥਿਆਰ ਲਓ ਵੱਧ ਤੋਂ ਵੱਧ। ਅਸ਼ਵਨੀ ਉਪਾਧਿਆ ਉੱਥੇ ਸੀ ਬੀਜੇਪੀ ਦਾ ਲੀਡਰ ਜਿਹਨੇ ਭਗਵਾਂ ਕੰਸਟੀਟਿਊਸ਼ਨ ਦੀ ਗੱਲ ਕੀਤੀ ਸੀ, ਅਤੇ ਜੰਤਰ ਮੰਤਰ 'ਤੇ ਵੀ ਉਹਨੇ ਹੇਟ ਸਪੀਚ ਦੀ ਗੱਲ ਕੀਤੀ। ਅਤੇ ਇੱਕ ਸਵਾਮੀ ਪ੍ਰਭੂਧਨ ਨੇ ਉਹ ਕਹਿੰਦੇ ਬਈ ਤਿਆਰ ਹੋਵੋ ਮਾਰਨ ਲਈ ਜਾਂ ਫਿਰ ਮਰਨ ਲਈ, ਹੋਰ ਕੋਈ ਆਪਸ਼ਨ ਨਹੀਂ। ਉਹ ਕਹਿੰਦੇ ਜਿਵੇਂ ਮਿਆਂਮਾਰ ਦੇ ਵਿੱਚ ਹੋਇਆ ਅਤੇ ਸਾਰੇ ਜਿੰਨੇ ਹਿੰਦੂ ਨੇ ਉਹਦੇ ਵਿੱਚ, ਜਿਹਦੇ 'ਚ ਪੁਲਿਸ ਆ, ਫੌਜ ਆ, ਰਾਜਨੀਤਿਕ ਨੇ, ਅਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਸ਼ੁਰੂ ਕਰਨਾ ਪੈਣਾ ਜਿਵੇਂ ਮਿਆਂਮਾਰ ਦੇ ਵਿੱਚ, ਬਰਮਾ ਦੇ ਵਿੱਚ ਸਫਾਈ ਸ਼ੁਰੂ ਹੋਈ ਸੀ। ਰੋਹਿੰਗਿਆ ਜੈਨੋਸਾਈਡ ਦੀ ਗੱਲ ਕਰ ਰਿਹਾ ਉਹ। ਸਿੰਧੂ ਸਾਗਰ ਸਵਾਮੀ ਕਹਿੰਦੇ ਨੇ ਕਿ ਪਿੰਡਾਂ ਦੇ ਪਿੰਡ ਜਿੱਥੇ ਮੁਸਲਮਾਨਾਂ ਦੀ ਜ਼ਮੀਨ ਆ ਉਹ ਖਰੀਦੋ, ਅਤੇ ਪਿੰਡ ਜਿਹੜੇ ਮੁਸਲਮਾਨਾਂ ਤੋਂ ਬਿਨਾਂ ਵਸਾਓ ਉੱਥੇ। ਅਤੇ ਇੱਕ ਨਹੀਂ, ਚੜ੍ਹਦੇ ਤੋਂ ਚੜ੍ਹਦਾ ਯਤੀ ਨਰਸਿੰਘ ਆਨੰਦ ਕਹਿ ਰਹੇ ਨੇ, ਉਹ ਕਹਿੰਦਾ ਮੈਂ 1 ਕਰੋੜ ਦਊਂ ਕਿਸੇ ਵੀ ਹਿੰਦੂ ਸੰਨਿਆਸੀ ਨੂੰ ਜਿਹੜਾ ਪ੍ਰਭਾਕਰਨ ਬਣ ਸਕੇ। ਪ੍ਰਭਾਕਰਨ ਸ਼੍ਰੀਲੰਕਾ ਵਾਲਾ, ਪ੍ਰਭਾਕਰਨ ਵਰਗੇ ਬੰਦੇ ਚਾਹੀਦੇ ਨੇ, ਸ਼ਵੇਗ ਸਿੰਘ ਵਰਗੇ ਬੰਦੇ ਚਾਹੀਦੇ ਨੇ, ਭਿੰਡਰਾਂਵਾਲੇ ਵਰਗੇ ਬੰਦੇ ਚਾਹੀਦੇ ਨੇ। जब तक एक प्रभाकरण, एक भिंडरावाला और एक शवेग सिंह, तब तक हिंदू बच नहीं सकता। उन्हें अपनी अपनी कौम नूं जिन्हें बचाउण वाले बंदियां दी तशबीह दित्ती है। सो ये जिहड़ी सागर सिंधु महाराज जिहड़ा कह रहा है, वो कहंदे जद इत्थों जाना एक सुनेहा बाहर जिहड़ा जरूर भेजो, ते जे धर्म हिंदू धर्म अपनाउणगे तां फिर उन्हां नूं छड्ड देंगे, अदरवाइज ये जिहड़े ने मियांमार वांगू इत्थे होऊगा। इस तो बाद ये हुण जिहड़ी कहानी है ये चली किधर नूं है, कहानी चली है वोटां वाले पासे नूं। पंजाब च भी हो सकदा, पंजाब च शुरू होया है ये वोटां जिहड़ियां धर्म दे नाम ते वोटां बहुत सौखियां पैंदियां ने। कोई भी राजनीतिक पार्टी कहे धर्म नूं खतरे की गल कहे, वोटां बहुत जल्दी नाल पै जांदियां ने। यूपी दे विच योगी उन्हां ने सिद्धी जिहड़ी गल कीती हुई है कि मैं आ चीज़ दा धारनी आ, मैं आ संस्कृति है मेरी, मैं इत्थे जाना चाहना। पर एक जिहड़ी उन्हां नूं उन्हां दे हक च गल जांदी है, यूपी दे विच बदमाशी, गुंडा ते मवाली बहुत सी। हर गली च, हर नुक्कर च चाकू ते किरपानां ते तलवारां, ये जिहड़ियां असल तलवार कहना चाहिए, किरपान नहीं कहना चाहिए, किरपान मजलूम ले उठदी है। ये जिहड़े उसने उस चीज़ तो ख़त्म कर दिते। नंबर 2, बीजेपी दी सरकार दे विच कोई भी, चाहे हरियाणे च देख लो, यूपी च देख लो, कोई MLA किसी मिनिस्टर तक हाले तक ये उंगल नहीं गई उन्होंने कोई गलत काम किया जां कोई करप्शन की। जिहड़ी हक की गल है वो हक की गल है। हरियाणे दे विच कोई गल सुनी है किसी MLA दी, जां कोई हरियाणे च रहण वाले सुनते हैं भी कोई रेता बेच रहा, कोई बजरी बेच रहा, कोई धक्का कर रहा, कोई इहो जी गल आउंदी आ बाहर? बहुत घट आऊगी।
ਜਿਹੜੀ ਹੱਕ ਦੀ ਗੱਲ ਇਹ ਹੈ। ਬਾਕੀ ਧਰਮ ਦੇ ਬਾਰੇ, ਧਰਮ ਨੂੰ ਵਧਾਉਣ ਦੇ ਬਾਰੇ ਹਰ ਇੱਕ ਇਨਸਾਨ ਜਿਹੜੇ ਧਰਮ ਦੇ ਵਿੱਚ ਹੈ ਉਹ ਧਰਮ ਨੂੰ ਵਧਾਉਣਾ ਚਾਹੁੰਦਾ। ਤੁਸੀਂ ਵੇਖੋ ਮਾਈਨੋਰਟੀਜ਼ ਨੂੰ ਜਾਂ ਕ੍ਰਿਸਚੀਅਨਟੀ ਕਿਵੇਂ ਅਫਰੀਕਾ ਦੇ ਵਿੱਚ ਵਧੀ, ਕੀ ਕੁਛ ਨਹੀਂ ਹੋਇਆ। ਦੁਨੀਆ ਦੇ ਵਿੱਚ ਨਰਸੰਹਾਰ ਜਿਹੜਾ ਹੋਇਆ ਕਤਲੋਗਾਰਤ ਹੋਈ ਧਰਮ ਨੂੰ ਵਧਾਉਣ ਦੇ ਲਈ। ਪਰ ਜਦ ਧਾਰਮਿਕ ਲੀਡਰ ਇੰਨੀ ਵੱਡੀ ਆਵਾਜ਼ ਦੇ ਵਿੱਚ ਇਕੱਠੇ ਹੋ ਕੇ ਬੋਲਣ, ਉਹਦੇ ਪਿੱਛੇ ਕੁਛ ਹੋਰ ਹੈ। ਇਹ ਜਿਹੜਾ ਕੁਛ ਇਲਾਹਾਬਾਦ ਦੀ ਕੁਛ ਕੋਟੇਸ਼ਨ ਤੁਹਾਨੂੰ ਮੈਂ ਦੇਣੀਆਂ ਚਾਹੁੰਦਾ ਸੀ। ਘਰਾਂ ਦੇ ਬਾਹਰਲੇ ਪਾਸੇ ਟੂਟੀਆਂ ਟਾਟੀਆਂ ਨੇ ਜਿਹੜੀਆਂ, ਜਿੱਥੇ ਲਾਏ ਹੋਏ ਨੇ ਪਾਈਪ, ਤੁਸੀਂ ਉਹਦੇ ਬਾਰੇ ਪਲੰਬਰ ਜਿੰਨੇ ਵੀ ਨੇ ਉਹਨਾਂ ਨਾਲ ਗੱਲ ਕਰਕੇ ਆਉਣ ਵਾਲੇ ਦਿਨਾਂ ਦਾ ਕੋਈ ਖਿਆਲ ਕਰ ਲਿਓ ਕਿ ਇੰਨੀ ਠੰਡ ਜਿਹੜੀ ਹੈ, ਪਹਿਲੀ ਤਾਂ ਗੱਲ ਹੈ ਇਹ ਕ੍ਰਿਸਮਸ ਜਿਹੜੀ ਹੈ ਬਹੁਤ ਲੋਕ ਚਾਹੁੰਦੇ ਹੁੰਦੇ ਆ ਵਾਈਟ ਹੋਵੇ। ਹੁਣ 3 ਡਿਗਰੀ ਟੈਂਪਰੇਚਰ ਦਿਨੇ ਰਹਿਣਾ, ਰਾਤ ਨੂੰ 0 ਹੋ ਜਾਣੀ ਆ। ਅੱਜ ਵੀ ਸਨੋ ਅਤੇ ਨਾਲ ਮੀਂਹ ਹੈ। ਕੱਲ੍ਹ ਨੂੰ ਦਿਨੇ ਸਨੋ ਹੈ, ਸਨੋ ਜਿਹੜੀ ਆਪਣੀ ਹੈ, ਅਤੇ ਰਾਤ ਨੂੰ -9 ਡਿਗਰੀ ਹੈ ਟੈਂਪਰੇਚਰ ਸ਼ਨੀਚਰਵਾਰ ਨੂੰ। ਐਤਵਾਰ ਨੂੰ ਦਿਨੇ ਸਾਰਾ ਦਿਨ -4, ਰਾਤ ਨੂੰ -12। ਸੋਮਵਾਰ ਨੂੰ -5 ਧੁੱਪ ਨਿਕਲਣੀ ਆ, ਰਾਤ ਨੂੰ -12। ਮੰਗਲਵਾਰ ਨੂੰ -2 ਦਿਨੇ ਅਤੇ ਰਾਤ ਨੂੰ -14। ਬੁੱਧਵਾਰ ਨੂੰ ਧੁੱਪ ਦਿਨੇ -2 ਅਤੇ ਰਾਤ ਨੂੰ -7। ਇਹ ਨੰਬਰ ਹੀ ਨੇ, ਇਹ ਕੋਈ ਕਹਾਣੀ ਨਹੀਂ। ਆ ਵੀਕਐਂਡ 'ਤੇ ਐਡਮਿੰਟਨ ਮੈਂ ਜਾ ਕੇ ਆਇਆ, ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਉਹਦੀ ਗੱਲਬਾਤ ਸੁਣਾਊਂਗਾ। ਉੱਥੇ -30 ਸੀ, 28 ਸੀ। ਹੁਣ +5 ਵਾਲੇ ਬੰਦਿਆਂ ਨੂੰ -30 ਤਾਂ ਬਹੁਤ ਆ, ਪਰ ਕੋਈ ਉੱਥੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ। ਉਹ ਕਾਗਜ਼ ਪੱਤਰ ਹੀ ਹੈ। ਹਾਂ, ਕੱਪੜੇ ਤੁਹਾਡੇ ਲੇਅਰ ਵਧੀਆ ਪਾਈ ਹੋਵੇ, ਸ਼ੂ ਵਧੀਆ ਹੋਣ, ਜਸਤਾਨੇ ਜਿਹੜੇ ਨੇ ਪੰਜਾਬੀ ਉਹ ਵਧੀਆ ਪਾਏ ਹੋਣ, ਅਤੇ ਮੌਜਾਂ ਨੇ। ਵੀ ਇਹੋ ਜਿਹੀ ਨਹੀਂ ਕਹਾਣੀ ਹੈ ਕੋਈ, ਬਈ ਇਹ ਠੰਡ ਪਰ ਘਰ ਦਾ ਨੁਕਸਾਨ ਨਾ, ਕੋਈ ਪਾਈਪ ਵਗੈਰਾ ਬਸਟ ਨਾ ਹੋਣ। ਇਹਦੇ ਲਈ ਕਿਸੇ ਸਿਆਣੇ ਪਲੰਬਰ ਨੂੰ ਪੁੱਛ ਲਿਓ ਹੁਣੇ ਵੀ ਭਾਈ ਆਹ ਜੇ ਹੋਵੇ ਆਹ, ਅਤੇ ਬਾਹਰਲੇ ਬੰਨਿਓ ਉਹ ਸੁੱਚ ਜੀ ਦੇਖ ਲਿਓ ਜਿਹੜੀ ਘੁਮਾਉਂਦੇ ਆ, ਜਿੱਥੋਂ ਬੰਦ ਕਰਦੇ ਆ ਮੇਨ ਵਾਲਵ ਹੈ, ਉਹ ਦੇਖ ਲਿਓ ਕਿੱਥੇ ਕੁ ਹੈ। ਸੋ ਤਿਆਰੀ ਰੱਖਿਓ, ਛੁੱਟੀਆਂ ਦਾ ਸੀਜ਼ਨ ਹੈ। ਜੇ ਕੋਈ ਇਹੋ ਜਿਹੀ ਗੱਲਬਾਤ ਹੋ ਗਈ, ਲੱਭਣਾ ਨਹੀਂ ਕਿਸੇ ਨੇ, ਉੱਧਰੋਂ ਆਪਾਂ ਸਮਾਨ ਆ ਜਿਹੜਾ ਉਹ ਕਾਰ 'ਚ ਰੱਖਣ ਨੂੰ ਫਿਰੀਏ, ਅਤੇ ਉਹ ਬੜਾ ਔਖਾ ਹੈ। ਅੱਛਾ, ਫਲਾਈਟਸ ਜਿਹੜੀਆਂ ਨੇ ਬਹੁਤ ਕੈਂਸਲ ਹੋ ਰਹੀਆਂ ਨੇ। ਅੱਜ ਦੀ ਜਿਹੜੀ ਖਬਰ ਹੈ ਉਹ ਇਹ ਆ ਵੀ 2000 ਦੇ ਕਰੀਬ ਸਾਰੇ ਆਪਣੇ ਸੰਸਾਰ ਦੇ ਵਿੱਚ 2000 ਦੇ ਕਰੀਬ ਫਲਾਈਟਸ ਜਿਹੜੀਆਂ ਓਮਿਕਰੋਨ ਕਰਕੇ ਜਿਹੜੀਆਂ ਉਹ ਕੈਂਸਲ ਹੋ ਗਈਆਂ। ਆਉਣ ਵਾਲੇ ਦਿਨਾਂ 'ਚ ਕੀ ਹੋ ਰਿਹਾ, ਹਾਲੇ ਭਾਰਤ ਵਾਲੀਆਂ ਫਲਾਈਟਾਂ ਚੱਲ ਰਹੀਆਂ ਨੇ, ਅਤੇ ਕੱਲ੍ਹ ਨੂੰ ਕੀ ਹੋਣਾ ਇਹਦਾ ਪਤਾ ਨਹੀਂ। ਅੱਗੇ ਚੱਲਦਿਆਂ ਜੀ ਤੁਹਾਨੂੰ ਜਿਹੜੀ ਰਚਨਾ ਹਰਮਨਜੀਤ ਦੀ ਵੀ ਸੁਣਾਉਣੀ ਹੈ, ਅਤੇ ਫਿਰ ਤੁਹਾਡੇ ਲਈ ਸਮਾਂ ਹੋਏਗਾ। ਤੁਸੀਂ ਕਿਸੇ ਵਿਸ਼ੇ 'ਤੇ, ਪੋਹ ਦੀਆਂ ਰਾਤਾਂ ਦੇ ਬਾਰੇ, ਕੋਈ ਵੀ ਵਿਸ਼ਾ ਜਿਹੜਾ ਸ਼ੁੱਕਰਵਾਰ ਨੂੰ ਮੇਰੀ ਕੋਸ਼ਿਸ਼ ਇਹੀ ਆ ਵੀ ਇੱਕ ਦਿਨ ਤੁਹਾਡੇ ਲਈ ਜ਼ਰੂਰ ਰੱਖਿਆ ਕਰੀਏ। 4 ਦਿਨਾਂ ਤੋਂ ਬਾਅਦ 5ਵੇਂ ਦਿਨ ਕੋਈ ਵਿਸ਼ਾ ਰਹਿ ਗਿਆ, ਤੁਸੀਂ ਗੱਲਬਾਤ ਕਰੋ ਤਾਂ ਇਹਦੇ ਲਈ। ਲੱਕੀ ਧਾਲੀਵਾਲ ਜੀ, ਤੁਸੀਂ ਏਅਰ 'ਤੇ ਹੋ। ਵੀਰ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ ਧਾਲੀਵਾਲ ਸਾਹਿਬ। ਪਹਿਲਾਂ ਤਾਂ ਤੁਹਾਡਾ ਗੱਲ ਸਾਹਿਬ ਧੰਨਵਾਦ, ਜਿਹੜਾ ਤੁਸੀਂ ਇੰਨੇ ਬੈਡ ਵੈਦਰ ਵਿੱਚ ਵੀ ਸ਼ੇਰੇ ਪੰਜਾਬ ਦੇ ਪਰਿਵਾਰ ਵਿੱਚ ਆ ਕੇ ਤੁਸੀਂ ਦਰਸ਼ਨ ਦਿੱਤੇ ਆ। ਤੁਹਾਡੀ ਡੀਕ ਸੀਗੀ ਬੇਸਬਰੀ ਨਾਲ, ਧੰਨਵਾਦ ਬਾਈ ਜੀ। ਤੇ ਵੀਰ ਜੀ ਮੈਂ ਗੱਲਾਂ 2 ਕਹਿਣੀਆਂ। ਇੱਕ ਤਾਂ ਜੀ ਤੁਸੀਂ ਪਲੰਬਿੰਗ ਬਾਰੇ ਗੱਲ ਕੀਤੀ ਆ ਜੀ, ਜਿਹੜੇ ਸਪੈਸ਼ਲੀ ਪੁਰਾਣੇ ਘਰ ਆ ਉਹਨਾਂ ਦੇ ਕਾਪਰ ਦੇ ਪਾਈਪ ਆ, ਅੰਦਰਲੇ ਪਾਸੇ ਸਟਾਪਰ ਲੱਗਿਆ ਹੁੰਦਾ, ਉਹ ਜ਼ਰੂਰ ਬੰਦ ਕਰ ਦੇਣ। ਜਦੋਂ ਫ੍ਰੀਜ ਖੁੱਲੂਗੀ ਉਦੋਂ ਉਹਨਾਂ ਨੇ ਟੁੱਟ ਜਾਣਾ ਵਾ, ਮੋਸਟਲੀ ਟੁੱਟ ਜਾਂਦੇ ਆ। ਉਹ ਅੰਦਰਲੇ ਪਾਸੇ ਕਈ ਵਾਰੀ ਨਹੀਂ ਪਤਾ ਹੁੰਦਾ, ਜਿਵੇਂ ਨਵੇਂ ਘਰ ਲੈਂਦੇ ਆ, ਅੰਦਰਲੇ ਪਾਸੇ ਸਟਾਪਰ ਲੱਗਿਆ ਹਰ ਇੱਕ ਟੂਟੀ ਦੇ, ਉਹ ਅੰਦਰੋਂ ਜ਼ਰੂਰ ਬੰਦ ਕਰ ਦੇਣ, ਤੇ ਜੇ ਟੁੱਟ ਗਿਆ ਤਾਂ ਬਹੁਤ ਮਹਿੰਗਾ ਪਊਗਾ। ਦੂਸਰੀ ਵੀਰ ਜੀ ਮੈਂ ਬੇਨਤੀ ਕਰਨੀ ਸੀ, ਜਿਨ੍ਹਾਂ ਦੇ ਡੌਗ ਵਗੈਰਾ ਰੱਖੇ ਹੋਏ ਆ, ਆਹ 10 ਦਿਨ ਉਹਨਾਂ ਦਾ ਜ਼ਰੂਰ ਪਲੀਜ਼ ਧਿਆਨ ਕਰਨ। ਕਈ ਵਾਰੀ ਬਾਹਰ ਉਹਨਾਂ ਨੂੰ ਛੱਡ ਦਿੰਦੇ ਆ, ਕਿਉਂਕਿ ਮੈਂ ਤਾਂ ਆਪਦੀ ਮਿਸਾਲ ਦਿੰਦਾ, ਤੁਹਾਨੂੰ ਪਤਾ ਮੇਰੇ ਕੋਲ 2 ਡੌਗ ਹੈਗੇ ਆ, ਨਾਲੇ ਉਹ ਬੈਂਟਰ ਡੌਗ ਆ। ਪਰ ਫਿਰ ਵੀ ਵੀਰ ਜੀ ਮੈਂ ਉਹਨਾਂ ਦੇ ਲਈ ਮੈਂ ਹੀਟ ਦਾ ਪ੍ਰਬੰਧ ਕੀਤਾ। ਅੱਜ ਜਦੋਂ ਸਵੇਰੇ ਮੈਂ 5 ਵਜੇ ਉੱਠ ਕੇ ਦੇਖਿਆ ਵੀ ਉਹ ਠੀਕ ਠਾਕ ਆ, ਉਹ ਬੜੇ ਹੀਟ ਦੇ ਕੋਲੇ ਨਿੱਘੇ ਹੋਏ ਬੈਠੇ ਸੀਗੇ, ਤੇ ਦੇਖ ਕੇ ਰੂਹ ਖੁਸ਼ ਹੋ ਗਈ ਵੀ ਵਿਚਾਰੇ ਬੇਜਵਾਨ ਆ। ਚੱਲ ਕੋਈ ਤਾਂ ਮੈਂ ਚੰਗਾ ਕੰਮ ਕੀਤਾ ਅੱਜ ਸਵੇਰੇ। ਤਾਂ ਕਰਕੇ ਜਿੰਨੇ ਸਾਡੇ ਭੈਣ ਭਰਾ ਸੁਣਦੇ ਆ ਜਿਹੜੇ ਬੇਜਵਾਨ ਆ, ਉਹਨਾਂ ਦਾ ਜ਼ਰੂਰ ਧਿਆਨ ਕਰਨ ਪਲੀਜ਼। ਇੱਕ ਚੀਜ਼ ਹੋਰ ਵੀ ਜੀ ਮੈਂ ਕਹਿਣਾ ਸੀਗਾ, ਜਿਹੜੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਜੈਕਟਾਂ ਦੇ ਕਲੋਜ਼ਟ ਭਰੇ ਪਏ ਆ, ਬਿਲਕੁਲ, ਜਿਹੜੇ ਹੁਣ ਆਪਣੇ
ਵਿਚਾਰੇ ਬੇਘਰੇ ਆ, ਚਲੋ ਉਹਨਾਂ ਨੂੰ ਵੀ ਪ੍ਰਮਾਤਮਾ ਵੱਲੋਂ ਸਜ਼ਾ ਹੀ ਆ। ਜਿਹੜੀਆਂ ਜੈਕਟਾਂ ਵਗੈਰਾ ਆਪਣੇ ਸ਼ੂ ਵਗੈਰਾ ਹੈਗੇ ਕੱਪੜੇ ਆਪਾਂ ਨਹੀਂ ਯੂਜ਼ ਕਰਦੇ, ਕਾਰ ਤੇ ਵਿੱਚ ਚੱਕੋ ਜਾ ਕੇ ਜਿੱਥੇ ਉਹ ਤੁਰੇ ਫਿਰਦੇ ਉੱਥੇ ਜਾ ਕੇ ਦੇ ਆਓ ਪਲੀਜ਼। ਇਹ ਵੀ ਕੋਈ ਆਪਣਾ ਮਤਲਬ ਕਿ ਪੁੰਨ ਦੀ ਥਾਂ ਆ ਇਹ। ਤੇ ਬਾਕੀ ਸਾਰਿਆਂ ਨੂੰ ਵੈਰੀ ਮੈਰੀ ਕ੍ਰਿਸਮਸ ਤੇ ਧੰਨਵਾਦ ਤੁਹਾਡਾ ਵੀਰ ਜੀ। ਧੰਨਵਾਦ ਜੀ ਧਾਲੀਵਾਲ ਸਾਹਿਬ, ਥੈਂਕ ਯੂ ਜੀ। ਬਿਲਕੁਲ ਜੀ, ਇਹ ਗੱਲ ਉਹਨਾਂ ਦੀ ਬਹੁਤ ਵਧੀਆ ਕੀਤੀ ਹੈ ਭਾਈ ਸਾਹਿਬ ਨੇ ਕਿ ਜਦ ਤੁਸੀਂ ਬਾਹਰ ਜਾ ਰਹੇ ਹੋ ਗੱਡੀ ਦੇ ਵਿੱਚ ਰੱਖ ਲਓ। ਬਹੁਤ ਹੈ ਜਿਹਨੂੰ ਅਸੀਂ ਪਾਉਂਦੇ ਨਹੀਂ, 5-5 ਸਾਲ ਹੋ ਗਏ, ਉਹ ਦੇ ਦਿਓ ਕਿਸੇ ਨੂੰ। ਜਰਾਬਾਂ ਦਾ ਜਿਹੜੀਆਂ ਜਮਾ ਹੀ ਬਦਰੰਗ ਹੋਈਆਂ ਪਈਆਂ ਉਹਨਾਂ ਦਾ ਖਹਿੜਾ ਛੱਡ ਦਈਏ, ਚਾਹੇ ਸਿੱਟ ਦਈਏ, ਚਾਹੇ ਕਿਸੇ ਨੂੰ ਦੇ ਦਈਏ, ਉਹਨਾਂ ਲਈ ਆਪਾਂ ਕੁਛ ਨਾ ਕੁਛ ਕਰੀਏ। ਸਰਬੱਤ ਦਾ ਭਲਾ ਜਿਹੜੀ ਸੁਸਾਇਟੀ ਅਸੀਂ ਬਣਾਈ ਹੋਈ ਹੈ, ਕੱਲ੍ਹ ਨੂੰ ਉਹਨਾਂ ਲਈ ਖਾਸ ਜਿਹੜਾ ਉਹਨਾਂ ਦਾ ਭੋਜਨ ਹੈ, ਟਰਕੀ ਡਿਨਰ ਲੰਚ ਹੁੰਦਾ ਜਾਂ ਡਿਨਰ ਹੁੰਦਾ, ਉਹ ਕੱਲ੍ਹ ਨੂੰ ਸਰਵ ਕਰ ਰਹੇ ਹਾਂ ਅਸੀਂ। ਗਰਮ ਜਿਹੜਾ ਉਹਨਾਂ ਨੂੰ ਖਾਣਾ ਦੁਪਹਿਰੇ 1 ਵਜੇ ਜਿਹੜਾ ਉਹ ਦੇਵਾਂਗੇ, ਅਤੇ ਉਹਨਾਂ ਲਈ ਕੰਬਲ ਵਗੈਰਾ ਅਤੇ ਗਰਮ ਕੱਪੜੇ ਬਹੁਤ ਬਹੁਤਾਤ ਦੇ ਵਿੱਚ ਨੇ ਜਿਹੜੇ ਨੇ ਉਹ ਇਕੱਠੇ ਕੀਤੇ ਨੇ। ਸੇਵਾ ਹੀ ਹੈ ਇਹ, ਹੋਰ ਕੁਛ ਨਹੀਂ। ਅਤੇ ਆਪਣੇ ਦਿਨ ਯਾਦ ਰੱਖਣ ਦੀ ਲੋੜ ਹੈ ਕਿ ਸਾਡੇ ਪੁਰਖਿਆਂ 'ਤੇ ਇਹਨਾਂ ਦਿਨਾਂ ਦੇ ਵਿੱਚ ਕੀ ਵਾਪਰਿਆ ਸੀ, ਕਿਸ ਤਰ੍ਹਾਂ ਉਹ ਇਹਦੇ ਵਿੱਚੋਂ ਦੀ ਲੰਘੇ। ਅਤੇ ਖੈਰ ਇਨਸਾਨ ਦੇ ਤੌਰ 'ਤੇ ਆਪਾਂ ਨੂੰ ਇਹ ਸੋਚਣ ਲਈ ਆਪਾਂ ਮਜਬੂਰ ਹੁੰਦੇ ਹਾਂ ਬਾਰ-ਬਾਰ ਕਿ ਕੀ ਹੋਇਆ। ਪਰ ਉਹਨਾਂ ਨੂੰ ਇੱਕ ਨਾ ਸਰਾਜ ਮੇਹਰ ਸਿੰਘ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਵਿਊ ਪੁਆਇੰਟ 'ਤੇ ਇੱਕ ਸਾਹਿਬ ਕਮਾਲ ਦੇ ਬਾਰੇ 1.5 ਘੰਟੇ ਦੀ ਇੱਕ ਉਹਨਾਂ ਦਾ ਲੈਕਚਰ ਆ, ਸੁਣਨ ਵਾਲਾ ਕਿ ਰਮਜ਼ਾਂ ਜਿਹੜੀਆਂ ਗੁੰਝੀਆਂ ਸੀ ਉਹ ਕੀ ਸੀ, ਕਿੰਨੀਆਂ ਲੜਾਈਆਂ। ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਵੀ 6ਵੀਂ ਲੜਾਈ ਸੀ ਜਿਹੜੀ 10 ਮਹੀਨੇ ਚੱਲੀ ਹੈ, ਜਿਹਦੇ ਵਿੱਚ ਪਰਿਵਾਰ ਵਿਛੋੜਾ। ਪਹਿਲੀਆਂ 5 ਲੜਾਈਆਂ ਬਸੌਲੀ ਦੀ, ਨਦੌਣ ਦੀ ਅਤੇ ਪੈਂਡੇ ਖਾਨ ਵਾਲੀ, ਅਤੇ ਉਹ ਜਿਹੜੀਆਂ ਅਲੱਗ ਨੇ। ਪੌਂਟਾ ਸਾਹਿਬ ਦੀ ਅਲੱਗ ਹੈ ਜਿਹੜੀ ਭੰਗਾਣੀ ਦੀ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਹਰਮਨਜੀਤ ਦੀ ਰਚਨਾ ਜੋ ਗੋਬਿੰਦ ਕੀਆ ਭਲਾ ਕੀਆ, ਇਹ ਸ਼ਬਦ ਨੇ ਜਿਹੜੇ 9ਵੇਂ ਪਾਤਸ਼ਾਹ ਦੇ ਨੇ। 9ਵੇਂ ਪਾਤਸ਼ਾਹ ਨੂੰ ਜਦ ਪਟਨੇ ਦੇ ਵਿੱਚ ਗੁਰੂ ਸਾਹਿਬ ਦੀ ਬਚਪਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਕਰਦੇ ਸੀ, ਤਾਂ ਉਹਦੇ ਬਾਰੇ ਜਦ 9ਵੇਂ ਪਾਤਸ਼ਾਹ ਨੂੰ ਕਿਹਾ ਕਿ ਗਲੇਲੇ ਮਾਰ ਕੇ ਗਾਗਰਾਂ ਭੰਨਦੇ ਨੇ ਅਤੇ ਕੰਗਣ ਸਿੱਟਦੇ ਨੇ, 9ਵੇਂ ਪਾਤਸ਼ਾਹ ਨੇ ਜੇ ਕੀਆ ਜੋ ਗੋਬਿੰਦ ਕੀਆ ਭਲਾ ਕੀਆ। ਹੁਣੇ ਮੁੜ ਕੇ ਆ ਕੇ ਸਰਦਾਰ ਜਸਵੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਫਿਰ ਅਗਲੀ ਰਚਨਾ ਸ਼ੁਰੂ ਕਰਾਂਗੇ। ਜਸਵੀਰ ਸਿੰਘ ਉਹਨਾਂ ਨਾਲ ਗੱਲ ਕਰਕੇ ਫਿਰ ਜੋ ਗੋਬਿੰਦ ਕੀਆ ਭਲਾ ਕੀਆ ਉਹ ਤੁਹਾਡੀ ਸੇਵਾ 'ਚ ਪੇਸ਼ ਕਰਾਂਗਾ। ਸਰਦਾਰ ਜਸਵੀਰ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਧੰਨਵਾਦ ਸਰਦਾਰ ਜੀ, ਤੁਸੀਂ ਕਈ ਦਿਨਾਂ ਤੋਂ ਸਤਿਗੁਰਾਂ ਦੇ ਇਸ ਵਿਛੋੜੇ ਦੀ ਜਾਂ ਦੁਖਦਾਈ ਜਿਹੜੀ ਘਟਨਾਵਾਂ ਸਮਾਜ ਵਿੱਚ ਰਾਜ ਕਰਨ ਵਾਲੇ ਲੋਕਾਂ ਨੇ ਵਰਤਾਈਆਂ ਨੇ, ਕੌਮੀ ਪੱਖ ਨੂੰ ਉਜਾਗਰ ਕੀਤਾ, ਉਹਦੇ ਲਈ ਧੰਨਵਾਦ ਤੁਹਾਡਾ। ਇੱਕ ਜਿਹੜਾ ਮੈਂ ਇੱਕ ਗੱਲ ਤਾਂ ਘਰ ਦੀ ਸਾਂਝੀ ਕਰਨੀ ਚਾਹੁੰਦਾ ਸੀਗਾ ਬਈ, ਜਿਹੜੀ ਕਈ ਵਾਰੀ ਨਾ ਤੁਹਾਡੇ ਵੱਲ ਠੰਡ ਘੱਟ ਪੈਂਦੀ ਹੈ, ਸਾਡੇ ਤਾਂ 35 ਤੱਕ ਮਾਈਨਸ ਚਲੇ ਜਾਂਦਾ। ਉਹ ਕਈਆਂ ਨੇ ਆਪਦੇ ਗਾਰਡਨ ਦੇ ਵਿੱਚ ਥੱਲੇ ਪਾਈਪਾਂ ਪਾਈਆਂ ਹੁੰਦੀਆਂ, ਉਹ ਆਟੋਮੈਟਿਕ ਪਾਣੀ ਦਿੰਦੇ ਨੇ ਜੀ। ਉਹ ਜਿਨ੍ਹਾਂ ਨੇ ਉਹ ਘਰਾਂ 'ਚ ਆਟੋਮੈਟਿਕ ਪਾਣੀ ਦੇਣ ਵਾਲੀਆਂ ਲੱਗੀਆਂ, ਉਹ ਕਈ ਵਾਰੀ ਅਸੀਂ ਇਹ ਸਮਝਦੇ ਹਾਂ ਵੀ ਟੂਟੀ ਬੰਦ ਕਰਤੀ ਹੁਣ ਠੀਕ ਹੈ, ਉਸ ਨੂੰ ਪਲੀਜ਼ ਡਰੇਨ ਕਰਵਾ ਲਓ, ਸੱਦ ਕੇ ਉਹਨਾਂ 'ਚੋਂ ਪਾਣੀ ਨੂੰ ਕਢਾਓ, ਸੱਕ ਕਰਾਉਣਾ ਪੈਣਾ। ਉਹ ਨਹੀਂ, ਉਹ ਤੁਹਾਡੀਆਂ ਪਾਈਪਾਂ ਜਿਹੜੀਆਂ ਨੇ ਉਹ ਪਾਟ ਜਾਣੀਆਂ ਨੇ। ਬਿਲਕੁਲ। ਤੇ ਦੂਜਾ ਜਿਹੜਾ ਰਬੜ ਦੀਆਂ ਪਾਈਪਾਂ ਆਪਾਂ ਇਕੱਠੀਆਂ ਕਰਕੇ ਰੱਖ ਦਿੰਦੇ ਹਾਂ, ਉਹਨਾਂ 'ਚ ਪਾਣੀ ਹੁੰਦਾ ਤੇ ਆਪਾਂ ਕਹਿੰਦੇ ਟੂਟੀ ਬੰਦ ਕਰਤੀ, ਉਹਨਾਂ ਰਬੜ ਦੀਆਂ ਪਾਈਪਾਂ ਦਾ ਵੀ ਮੂੰਹ ਮੂਹਰੋਂ ਖੋਲ ਕੇ ਤੇ ਸੂਤ ਦਿਓ ਪਾਣੀ ਉਹਨਾਂ ਨੂੰ, ਨਹੀਂ ਉਹਨਾਂ ਨੇ ਵੀ ਪਾਟ ਜਾਣਾ। ਉਹ 2 ਨੁਕਤੇ ਸੀ ਜਿਨ੍ਹਾਂ ਨੂੰ ਧਿਆਨ ਦੇਣ ਦੀ ਲੋੜ ਆ। ਅਸੀਂ ਤਾਂ ਹਰੇਕ ਸਾਲ ਕਰਦੇ ਹਾਂ ਕਿਉਂਕਿ ਸਾਡੇ ਉਹ ਆਟੋਮੈਟਿਕ ਪਾਣੀ ਦਾ ਜਿਹੜਾ ਪ੍ਰਬੰਧ ਲਾਇਆ ਹੁੰਦਾ, ਅਸੀਂ ਉਹਨਾਂ 'ਚੋਂ ਪਾਣੀ ਕਢਵਾ ਦਿੰਦੇ ਹਾਂ ਸਿਆਲ ਆਉਣ ਤੋਂ ਪਹਿਲਾਂ। ਬਿਲਕੁਲ ਠੀਕ। ਅੱਛਾ, ਦੂਜੀ ਜਿਹੜੀ ਵਾਰਤਾ ਸਰਦਾਰ ਬਹਾਦਰ ਤੁਸੀਂ ਕਰਦੇ ਹੋ, ਇਹਦੇ ਵਿੱਚ ਤੁਸੀਂ ਕਈ ਵਾਰੀ ਇੱਕ ਨੁਕਤਾ ਉਠਾਇਆ ਕਿ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ, ਸਾਨੂੰ ਇਸ ਘਟਨਾਵਾਂ ਨੂੰ ਮਹਿਸੂਸ ਕਰਨਾ ਚਾਹੀਦਾ। ਮੈਨੂੰ 3 ਦਹਾਕੇ ਹੋ ਗਏ ਕੈਨੇਡਾ 'ਚ ਆਏ ਨੂੰ, ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤਾ, ਪਰ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਔਰ ਸਾਰੇ ਜਿਹੜੇ ਸੁਣਨ ਵਾਲੇ ਨੇ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨ ਜੀ। ਕੋਈ ਵੀ ਕੰਮ ਜਦੋਂ ਅਸੀਂ ਧਰਮ ਦਾ ਹੋਵੇ ਜਾਂ ਸਮਾਜ ਦਾ ਹੋਵੇ ਜਾਂ ਪਰਿਵਾਰ ਦਾ ਹੋਵੇ,
ਜਿੰਨੀ ਦੇਰ ਤੱਕ ਉਸ ਕੰਮ ਦੇ ਵਿੱਚ ਨਿੱਜੀ ਧਿਆਨ ਲਾ ਕੇ ਉਹ ਕੰਮ ਦੇ ਚੰਗੇ ਤੇ ਮੰਦੇ ਪਹਿਲੂਆਂ ਨੂੰ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਨੀ ਦੇਰ ਤੱਕ ਵਿਅਕਤੀ ਉਹਨਾਂ ਕੰਮਾਂ ਦੇ ਵਿੱਚ ਹਿੱਸੇਦਾਰੀ ਨਹੀਂ ਪਾ ਸਕਦਾ। ਉਹ ਹਿੱਸੇਦਾਰੀ ਪਾਉਣ ਦਾ ਮਕਸਦ ਇਹ ਹੁੰਦਾ ਕਿ ਜਦੋਂ ਅਸੀਂ ਕਿਸੇ ਚੰਗਿਆਈ ਨੂੰ ਜਾਂ ਆਪਣੇ ਧਾਰਮਿਕ ਅਕੀਦੇ ਨੂੰ ਦੁਨਿਆਵੀ ਤੌਰ ਤੇ ਕਰਦੇ ਹਾਂ, ਜਿਵੇਂ ਅਸੀਂ ਗੁਰਦੁਆਰੇ ਜਾਂਦੇ ਹਾਂ, ਸਵੇਰੇ ਉੱਠ ਕੇ ਪਾਠ ਕਰਦੇ ਹਾਂ ਔਰ ਅਸੀਂ ਬਾਕੀ ਦਾ ਜਿਹੜਾ ਧਾਰਮਿਕ ਕਿਰਿਆਵਾਂ ਨੇ ਉਹ ਕਰਦੇ ਹਾਂ, ਉਹ ਬਹੁਤਾਤ ਵਿੱਚ ਜੇ ਅਸੀਂ ਧਿਆਨ ਨਾਲ ਵੇਖੀਏ ਬਹੁਤ ਗਿਣਤੀ 'ਚ ਅਸੀਂ ਉਹਨਾਂ ਨੂੰ ਇੱਕ ਰੂਟੀਨ ਦੇ ਮਾਧਿਅਮ ਦੇ ਨਾਲ ਕਰਦੇ ਹਾਂ। ਲੋਕ ਕਰਦੇ ਨੇ, ਪਰਿਵਾਰ ਕਰਦਾ, ਬਚਪਨ 'ਚ ਮਾਂ-ਬਾਪ ਕਰਦੇ ਸੀ ਤਾਂ ਅਸੀਂ ਕਰੀ ਜਾਂਦੇ ਹਾਂ। ਉਸ ਦੇ ਕਰਨ ਦੇ ਨਾਲ ਸਾਨੂੰ ਇਹ ਅਹਿਸਾਸ ਕਦੇ ਪੈਦਾ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਅਸੀਂ ਆਪ ਜ਼ਿੰਮੇਵਾਰੀ ਸਮਝ ਕੇ ਨਹੀਂ ਕੀਤਾ ਜੀ, ਉਹ ਇੱਕ ਕਿਰਿਆ ਦੇ ਮੁਤਾਬਕ ਅਸੀਂ ਕਰਦੇ ਹਾਂ। ਉਹ ਇਹ ਜਿਹੜੀ ਧਾਰਮਿਕ ਵਿਰਤੀ ਨੂੰ ਜਦੋਂ ਅਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਰਦਾਰ ਜੀ, ਇਹ ਬੇਸਿਕਲੀ ਇੱਕ ਕੰਮ ਹੈ। ਜਿੰਨੀ ਦੇਰ ਤੱਕ ਮਨੁੱਖ ਕਿਸੇ ਵੀ ਕਾਰਜ ਨੂੰ ਨਿੱਜੀ ਤੌਰ ਦੇ ਉੱਤੇ ਆਪਣਾ ਸਮਝ ਕੇ ਉਹਦੇ ਵਿੱਚ ਧਿਆਨ ਨਹੀਂ ਲਾਉਂਦਾ, ਉਨੀ ਦੇਰ ਤੱਕ ਅਹਿਸਾਸ ਨਹੀਂ ਪੈਦਾ ਹੁੰਦਾ। ਇਹ ਮੇਰਾ ਨਿੱਜੀ ਤਜਰਬਾ ਹੈ। ਸੋ ਮੈਂ ਇਹ ਬੇਨਤੀ ਕਰਦਾ ਕਿ ਇਸ ਤਜਰਬੇ ਨੂੰ ਆਪਾਂ ਕਰਕੇ ਵੇਖੀਏ, ਚਾਹੇ ਉਹ ਪਰਿਵਾਰਕ ਕੰਮ ਹੈ, ਸਮਾਜਿਕ ਕੰਮ ਹੈ ਜਾਂ ਧਾਰਮਿਕ ਕੰਮ ਹੈ। ਜਦੋਂ ਅਸੀਂ ਉਹਨੂੰ ਨਿੱਜੀ ਤੌਰ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਵੀ ਇਹ ਮੈਂ ਕਰਨਾ, ਮੈਂ ਸਿੱਖਣਾ, ਮੈਂ ਜਾਣਨਾ ਤੇ ਇਹ ਕਿਉਂ ਆ, ਇਹ ਕਾਹਤੋਂ ਆ ਤੇ ਕਿਵੇਂ ਆ, ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਪਣੇ ਕੋਲੋਂ ਲੱਭਾਂਗੇ ਤਾਂ ਨਿਸ਼ਚੈ ਹੀ ਸਾਡਾ ਇਹਦੇ ਨਾਲ ਜੋੜ ਪਿਆਰ ਜਿਹੜਾ ਉਹ ਬਣਦਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਯਾਦ ਕਰਾਉਂਦੇ ਰਹਿੰਦੇ ਹੋ। ਮਿਹਰਬਾਨੀ, ਧੰਨਵਾਦ ਜੀ ਤੁਹਾਡਾ ਬਹੁਤ। ਹੋ ਕੇ ਧਰਤੀ ਤੋਂ ਕੁਰਬਾਨ ਤਾਰਾ, ਹੋ ਕੇ ਧਰਤੀ ਤੋਂ ਕੁਰਬਾਨ ਤਾਰਾ, ਤਪ ਗਿਆ ਵਿੱਚ ਅਸਮਾਨ। ਬਣੇ ਜਬ ਆਬ ਕੀ ਔਦ ਨਿਧਾਨ, ਜਿਹੜਾ ਫੁੱਲ ਸੋਈ ਕਿਰਪਾਨ। ਨਿੱਕਾ ਜਿਹਾ ਬਾਲ ਤੀਰਾਂ ਤਲਵਾਰਾਂ ਨੂੰ ਕਸ ਕਸ ਕੇ ਪਕੜਦਾ ਹੈ ਤਾਂ ਸਰਸਾ ਦੇ ਪਾਣੀ ਉੱਚੇ ਹੋ ਕੇ ਉਸ ਦੀਆਂ ਸਰਬ ਸਮਰੱਥ ਬਾਹਾਂ ਨੂੰ ਨਿਹਾਰਦੇ। ਕਦੇ ਉਹ ਘੋੜਿਆਂ ਨਾਲ ਦੌੜਾਂ ਲਗਾਉਂਦਾ ਹੈ, ਕਦੇ ਘੋੜਿਆਂ ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ। ਉਹਦੀ ਮਾਂ ਉਹ ਤੋਂ ਵਾਰੇ ਜਾਂਦੀ ਤੇ ਉਹ ਮਾਂ ਦੀ ਬੁੱਕਲ 'ਚ ਵੜ ਉਹਨੂੰ ਮਿੱਠੀਆਂ ਕਰਦਾ। ਉਹ ਉੱਚੇ ਉੱਚੇ ਹਾਸੇ ਹੱਸਦਾ। ਉਸ ਦੇ ਮੌਲਕ ਤੇ ਮੁੱਢੋਂ ਨਵੇਕਲੇ ਕਰਤੱਵ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੇ। ਉਸ ਦਾ ਫਰਤੀਲਾਪਣ ਪਤਾ ਨਹੀਂ ਕਿਹੜੀਆਂ ਡੂੰਘੀਆਂ ਖੱਡਾਂ ਪੁੱਟ ਕੇ ਨਿਕਲਿਆ ਸੀ। ਉਹ ਅਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ ਪੈਰਾਂ ਤੋਂ ਵੱਧ ਪਿਆਰ ਕਰਦਾ। ਬਦਲੇ 'ਚ ਮਿੱਟੀ ਵੀ ਉਹਨੂੰ ਮੱਖਣੀ ਬਣ ਕੇ ਲੱਗੀ ਤੇ ਅਨੰਦਪੁਰ ਦੀਆਂ ਸਰਹੰਗ ਧੁੱਪਾਂ 'ਚ ਉਸ ਦਾ ਜੁੱਸਾ ਮੌਲਣ ਲੱਗਾ। ਕਦੇ ਕਦੇ ਉਹ ਆਪਣੀ ਮੌਜ ਵਿੱਚ ਮਹਿਲਾਂ ਤੋਂ ਦੂਰ ਨਿਕਲ ਜਾਂਦਾ। ਉਹਨੂੰ ਦੂਰ ਦੂਰ ਤੱਕ ਫੈਲੀਆਂ ਲਚਕੀਲੀਆਂ ਤੇ ਦਸਤ ਪੰਜਾ ਲੜਾਉਂਦੀਆਂ ਹਰੀਆਂ ਦਲੇਰ ਵੇਲਾਂ ਆਪਣੀ ਮਾਂ ਵਰਗੀਆਂ ਲੱਗਦੀਆਂ। ਕੋਈ ਰੁੱਖ ਉਸ ਨੂੰ ਰਾਜਾ, ਕੋਈ ਵਜ਼ੀਰ, ਕੋਈ ਜਰਨੈਲ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲੱਗਦਾ। ਪੱਤਾਂ, ਝਾੜਾਂ, ਤਣਿਆਂ ਦੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ ਦੇਖ ਉਹ ਹੈਰਾਨ ਹੁੰਦਾ ਰਹਿੰਦਾ। ਜਪਜੀ ਸਾਹਿਬ ਦੇ ਪਾਠ ਉਹਦੀਆਂ ਅੱਖਾਂ ਮੂਹਰੇ ਖੁੱਲੀਆਂ ਧੁੱਪਾਂ 'ਚ ਘੁੰਮਣ ਲੱਗਦੇ। ਉਹ ਬਣਾ ਦੇ ਸਬਜ਼ ਤੇ ਬੇਬਾਕੀ ਨਾਲ ਮਹਿਕਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ, ਅਮੁੱਲ ਧਰਮ, ਅਮੁੱਲ ਦੀਵਾਨ। ਵਿਰਖਾਂ ਤੇ ਝੂਟਦਾ, ਨਦੀ ਵੱਲੀ ਹੋ ਤੁਰਦਾ। ਕਿੰਨਾ ਕਿੰਨਾ ਚਿਰ ਨਦੀ ਕਿਨਾਰੇ ਨੰਗੀ ਜ਼ਮੀਨ ਤੇ ਪਿਆ ਅਸਮਾਨ ਦੇ ਨੀਲੇ ਗੁੰਬਦਾਂ ਨੂੰ ਵੇਖਦਾ ਰਹਿੰਦਾ। ਉੱਡਦੇ ਬਾਜਾਂ ਦੇ ਨਾਲ ਆਪ ਵੀ ਉੱਡਦਾ ਰਹਿੰਦਾ।
ਡੂੰਘੀਆਂ ਸੋਚਾਂ 'ਚ ਗੁਆਚੋ ਪਾਣੀਆਂ ਦੇ ਉਸ ਪ੍ਰਥਮ ਕਾਂਗ ਬਾਰੇ ਚਿਤਵਦਾ ਜਿਹੜੀ ਪਹਿਲੀ ਦਫਾ ਧਰਤੀ ਤੇ ਚੜੀ ਹੋਵੇਗੀ। ਅਗਲੇ ਹੀ ਪਲ ਉਹ ਉਸ ਜੀਵ ਬਾਰੇ ਸੋਚਦਾ ਜਿਸ ਨੂੰ ਧਰਤੀ ਤੇ ਪਹਿਲੀ ਵਾਰ ਆਪਣੀ ਹਿੱਕ ਤੇ ਤੋਰਿਆ ਹੋਵੇਗਾ। ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ। ਜਵਾਨੀ ਵਿੱਚ ਵੀ ਤੀਰਾਂ ਤਲਵਾਰਾਂ ਬਾਗਾਂ ਤੇ ਉਸ ਦਾ ਕਸਾ ਮੱਠਾ ਨਹੀਂ ਪਿਆ। ਇਸ ਪਕੜ ਵਿੱਚ ਸਗੋਂ ਇੱਕ ਸਿਆਣਪ ਰਵਾ ਹੁੰਦੀ ਗਈ, ਦੂਰ ਦ੍ਰਿਸ਼ਟੀ ਰਵਾ ਹੁੰਦੀ ਗਈ, ਇੱਕ ਗਹਿਰੀ ਚੁੱਪ ਰਵਾ ਹੁੰਦੀ ਗਈ। ਹੁਣ ਉਹ ਕਦੇ-ਕਦੇ ਇਕੱਲਾ ਬੈਠਾ ਘੋੜਿਆਂ ਦੀਆਂ ਹਿਣਕਾਰਾਂ, ਢਾਲਾਂ ਤਲਵਾਰਾਂ ਦੀਆਂ ਗੜਗੱਜ ਆਵਾਜ਼ਾਂ, ਤੀਰਾਂ ਦੀ ਨੰਗੀ ਬੇਬਾਕੀ ਚੁਸਤੀ ਨੂੰ ਅੱਖਰਾਂ 'ਚ ਅਨੁਵਾਦ ਕਰਦਾ ਤੇ ਸਤਿਗੁਰ ਕੇ ਦੀਵਾਨਾਂ 'ਚ ਰੱਖ ਆਉਂਦਾ। ਸਰਬਲੋ ਦਾ ਪ੍ਰਤਾਪ ਉਹਦੇ ਰਗ ਰੇਸ਼ਿਆਂ 'ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ ਤੇ ਛਾ ਜਾਂਦਾ ਤੇ ਫਿਰ ਸ਼ਬਦਾਂ 'ਚ ਬਲਣ ਲੱਗਦਾ। ਬਾਬੇ ਬੁੱਢੇ ਦੀ ਵੀੜ ਵਿੱਚ ਜਵਾਨ ਹੋਈ ਉਹਦੇ ਦਾਦੇ ਦੀ ਕਿਰਪਾਨ ਉਹਦੇ ਲੱਕ ਨੂੰ ਪੂਰੀ ਮੇਚ ਆ ਗਈ। ਪਿਓ ਦਾਦੇ ਦਾ ਖਜ਼ਾਨਾ ਫਕੀਰ ਹੱਥਾਂ 'ਚ ਆ ਕੇ ਸੰਪੂਰਨ ਹੋ ਗਿਆ। ਬਚਪਨ 'ਚ ਜਿਨ੍ਹਾਂ ਬਿਰਖਾਂ ਨੂੰ ਦੇਖ ਕੇ ਉਹ ਬਾਵਰਾ ਹੋ ਜਾਂਦਾ ਸੀ, ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਵਾਂ ਵੇਰਾਂ ਵਾਂਗੂ ਕਿਰਕੇ ਉਹਦੀ ਝੋਲੀ ਵਿੱਚ ਡਿੱਗ ਪੈਂਦੀਆਂ ਜਿਵੇਂ ਰੱਬ ਦਾ ਪ੍ਰਸਾਦ ਹੋਣ। ਇਸੇ ਠੰਡਕ ਦੀ ਓਟ 'ਚ ਉਹਦੇ ਤੀਰਾਂ ਨੂੰ ਖੰਭ ਫੁੱਟ ਆਏ ਤੇ ਚੁੰਝ ਤੇ ਲੱਗੀ ਸਿਆਹੀ 'ਚ ਉਹਦੁੱਤੀ ਫਲਸਫੇ ਬਾਹਰ ਝਾਕਣ ਲੱਗੇ। ਉਹ ਵੀ ਭਲੀ ਭਾਂਤ ਜਾਣ ਗਿਆ ਕਿ ਉਸ ਦਾ ਮਨ, ਮੱਥਾ ਅਤੇ ਉਸ ਦੇ ਹੱਡ ਕੁਦਰਤ ਨੇ ਕਿਸੇ ਵੱਡੇ ਬਦਲਾਅ ਵਾਸਤੇ ਚੁਣੇ ਹਨ। ਕਦੋਂ ਉਹਦਿਆਂ ਨੈਣਾਂ 'ਚ ਤਾਰਿਆਂ ਦੇ ਮਦੀਨੇ ਉਸਰ ਗਏ, ਕਦੋਂ ਕੁਲ ਧਰਤੀ ਦੇ ਕੀਰਤਨੀਏ ਪਹਾੜ ਉਹਦੇ ਲਹੂ 'ਚ ਘੁਲ ਗਏ, ਕਿਸੇ ਨੂੰ ਪਤਾ ਹੀ ਨਾ ਲੱਗਾ। ਉਸ ਨੂੰ ਆਉਣ ਵਾਲਾ ਵਕਤ ਸਾਫ਼ ਦਿਸ ਰਿਹਾ ਸੀ ਜਦ ਅਸ਼ਬ ਹੁਨਰ ਦਾ ਲਾਚੜਦਾ ਪਾ ਇਲਮੋ ਵਰਗ ਸੁਤਾਨ ਸੱਜਣ, ਜਿਸ ਵੇਲੇ ਖਿੱਤੀਆਂ ਸਰਕਦੀਆਂ ਤੇਰਾ ਧਰੀਏ ਰੋਜ਼ ਧਿਆਨ ਸੱਜਣ। ਪਹਾੜੀ ਜੂਹਾਂ 'ਚ ਰੱਤੇ ਸਰਖੜੇ ਦੀਵਾਨ ਸੱਜਣ ਲੱਗੇ। ਹਵਾ ਰਣਜੀਤ ਨਗਾਰੇ ਦੀਆਂ ਤਾਹਰ ਤੜਾਕ ਆਵਾਜ਼ਾਂ ਨਾਲ ਭਰੀ ਰਹਿੰਦੀ। ਜਦੋਂ ਉਹ ਤਬੇਲਿਆਂ ਕੋਲੋਂ ਲੰਘਦਾ ਤਾਂ ਉੱਚੇ ਪਹਾੜਾਂ 'ਚ ਸੁਲਤਾਨ ਘੋੜੇ ਉਸ ਵੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ। ਉਹਨਾਂ ਦੀਆਂ ਹਸੀਨ ਪਿੰਜਰਿਆਂ 'ਚ ਚਰਨਾਹਟ ਜਿਹੀ ਛਿੜ ਜਾਂਦੀ। ਸਾਹਿਤ ਫਿਰ ਤੋਂ ਸਬਜ਼ ਮੰਤਰਾਂ ਹੇਠ ਵਸਣ ਲੱਗਾ। ਮਹਾਬਲੀ ਰੇਤੇ ਤੇ ਪਈਆਂ ਜਨੌਰਾਂ ਦੀਆਂ ਪੈੜਾਂ ਅੱਖਰਾਂ 'ਚ ਦਮਕਣ ਲੱਗੀਆਂ। ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਵਿੱਚੋਂ ਜਾਗ ਉੱਠੀ। ਤਾਜ਼ਗੀ ਪਸਰ ਗਈ। ਵੱਡਿਆਂ ਗ੍ਰੰਥਾਂ ਦੇ ਡੂੰਘੇ ਤੇ ਸੌਖੇ ਅਲੱਥੇ ਹੋਣ ਲੱਗੇ। ਦਿਲਾਵਰ ਸੁਖਨ ਕੁਦਰਤੇ ਨਜ਼ਰ ਦਾ ਜਨਮ ਕੁਦਰਤੇ ਤੇ ਫਿਰ ਇੱਕ ਦਿਨ ਉਸ ਦੀ ਕਿਰਪਾਨ ਦਾ ਚਾਨਣ ਵਰਸਿਆ। ਤਹਿਜ਼ੀਬ ਨਿਖਰ ਆਈ, ਜੈਕਾਰਿਆਂ ਨੂੰ ਸੇਧ ਮਿਲ ਗਈ। ਪੰਜ ਦਮਦਾਰ ਤਖਤ ਛਾਤੀਆਂ 'ਚੋਂ ਆਪ ਵੀ ਉਤਰ ਗਿਆ ਤੇ ਫੈਲਦਾ ਗਿਆ। ਪਿਛਲੇ ਅਨੇਕਾਂ ਸਾਲਾਂ ਦੀ ਗਰਦ ਮਿੱਟੀ ਅਤੇ ਹਵਾ ਉੱਤੇ ਜੋ ਰਾਜ ਸੀ ਸਮਾਜਿਕ ਤੇ ਧਾਰਮਿਕ ਘਟਨਾਵਾਂ ਦਰਜ ਹੋਈਆਂ ਸਨ, ਇਹ ਉਸੇ ਦਾ ਹੀ ਨਤੀਜਾ ਸੀ। ਉਹਨਾਂ ਹੀ ਭਾਂਤ ਦੇ ਕਣਾਂ ਨੇ ਹੁਣ ਇੱਕ ਨਵਾਂ ਤੇ ਠੋਸ ਆਕਾਰ ਲੈ ਲਿਆ ਸੀ। ਇਸ ਆਕਾਰ ਨੂੰ ਉਸਨੇ ਆਪ ਆਪਣੇ ਤਬੀਬ ਹੱਥਾਂ ਨਾਲ ਗੁੰਨਿਆ। ਤੇੜਾਂ ਲਿਪੀਆਂ ਗਈਆਂ ਤੇ ਖਾਲਸਾ ਪੰਥ ਨੇ ਸਿਰੀ ਚੁੱਕੀ। ਪੱਗ ਕੱਲੀ ਵੀ ਹੈ, ਪੱਗ ਫੌਜ ਵੀ ਹੈ, ਪੱਗ ਨਿਤਰੇ ਮਨ ਦੀ ਮੌਜ ਵੀ ਹੈ, ਪੱਗ ਸਫਰ ਜ਼ਫਰ ਹੈ, ਗੀਤ ਵੀ ਹੈ, ਪੱਗ ਨਜ਼ਰ ਵੀ ਹੈ, ਪੱਗ ਨੀਤ ਵੀ ਹੈ, ਪੱਗ ਤੜਕਦੇ ਥੜਕਦੇ ਨੇਤਰਾਂ 'ਚੋਂ ਉੱਠੀ ਇੱਕ ਰੂਹਾਨੀ ਤਾਨ ਵੀ ਹੈ, ਪੱਗ ਦੇਗ ਵੀ ਹੈ, ਪੱਗ ਤੇਗ ਵੀ ਹੈ, ਪੱਗ ਧਰਤ ਵੀ ਹੈ, ਅਸਮਾਨ ਵੀ ਹੈ। ਸ਼ੀਸ਼ਿਆਂ 'ਚ ਵੀ ਕਦੇ ਧੁੱਪ ਭਰੀ ਗਈ ਹੈ। ਹਵਾ ਦੀਆਂ ਬੈਠਕਾਂ 'ਚ ਚਾਨਣ ਦੇ ਸ਼ਮਲੇ ਲਹਿਰਾਏ। ਉਹਦੀ ਨਿਸਰੀ ਤਬੀਅਤ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਵਾਲੀ ਇਸ ਧਰਤੀ ਦਾ ਸਰਬ ਸਾਂਝਾ ਗੁਰੂ। ਜਦੋਂ ਇਸ਼ਕ ਜਨਮ ਲੈਂਦਾ ਹੈ ਤਾਂ ਕਿਵੇਂ
ਅੰਗਾਂ ਦੇ ਨਕਸ਼ੇ ਬਦਲਦੇ ਨੇ ਤੇ ਕਿਵੇਂ ਕੰਗਰੋੜਾਂ ਬਾਗੀ ਹੋ ਕੇ ਮਿੱਥੇ ਕਾਰਜ ਨੇਪਰੇ ਚਾੜਦੀਆਂ ਨੇ। ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਉਹ ਆਪਣੀਆਂ ਸਾਧਾਂ ਜਿਹੇ ਤੀਰਾਂ ਦੇ ਨਾਲ ਕਾਗਜ਼ਾਂ ਤੇ ਨਮਸਤੰ ਨਮਸਤੰ ਵਾਹੁੰਦਾ ਰਿਹਾ। ਇਹੀ ਸ਼ਬਦ ਕਾਗਜ਼ਾਂ ਤੋਂ ਉੱਠ ਕੇ ਟਿੱਬੀਆਂ ਤੇ ਚੜ ਕੇ ਕੌਮ ਦੀ ਰਹਿਨਮਾਈ ਵੀ ਕਰਦੇ ਰਹੇ। ਤਾੜੀਆਂ ਮਾਰਦੇ ਨਿਰਭਉ ਹੋ ਕੇ ਘੜੀਆਂ ਚੋਂ ਨਿਕਲਦੇ ਰਹੇ। ਮਰਦੇ ਮੈਦਾਨ ਬਣ ਕੇ ਫਤਿਹ ਹਾਸਲ ਕਰਦੇ ਰਹੇ। ਜੂਹਾਂ ਕਿਲੇ ਨਗਰ ਖੇੜੇ ਟੱਬਰ ਗੱਦੀਆਂ ਬੁੰਗਿਆਂ ਨੂੰ ਪਿੱਛੇ ਛੱਡਦੇ ਰਹੇ। ਕੰਜ ਲਾਉਂਦੇ ਗਏ ਭਾਣਾ ਮੰਨਦੇ ਰਹੇ। ਇਹ ਸ਼ਬਦ ਮਾਛੀਵਾੜੇ ਦੀਆਂ ਵਲਗਣਾਂ 'ਚ ਵੀ ਨੱਚਦੇ ਰਹੇ ਤੇ ਫੇਰ ਆ ਕੇ ਪੰਕਤੀਆਂ ਵਿੱਚ ਸਜ ਗਏ। ਪੁਰਖਿਆਂ ਦਾ ਲਹੂ ਉਹਨੂੰ ਤੱਕਦਾ ਰਿਹਾ, ਹੈਰਾਨ ਵੀ ਹੁੰਦਾ ਰਿਹਾ। ਵਾਤਨ ਫਕੀਰੀ ਜ਼ਾਹਿਰ ਅਮੀਰੀ ਦੇ ਬੋਲ ਹਵਾ ਦੀਆਂ ਤਹਿਆਂ 'ਚ ਗੂੰਜਦੇ ਰਹੇ। ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰਕੇ ਉਹ ਜ਼ਫਰਨਾਮੇ ਉਸਾਰਦਾ ਰਿਹਾ। ਧਮਕ ਐਸੀ ਪਈ ਕਿ ਸ਼ਾਹੀ ਪਿਆਲੇ ਟੁੱਟ ਗਏ। ਮੁਗਲਾਂ ਦੇ ਤੰਬੂ ਕਨਾਤਾਂ ਹਵਾ 'ਚ ਉੱਡਣ ਲੱਗੇ। ਸਰਗੀਆਂ ਦੇ ਨਿਖਰੇ ਸੂਰਜ ਨੇ ਪੈਲ ਪਾਈ। ਅੰਬਰਾਂ ਦੀ ਚਾਦਰ ਤੇ ਸ਼ਾਹ ਫਕੀਰੀਆਂ ਦੇ ਤੋਪੇ ਭਰਦਾ। ਪਰਮ ਪੁਰਖ ਕਾ ਦਾਸ ਸਰਵਰੇ ਕਾਇਨਾਤ ਧੁੱਪਾਂ 'ਚ ਘੁਲ ਗਿਆ। ਸਰਸਾ ਦੇ ਪਾਣੀ ਹੁਣ ਵੀ ਉੱਠ ਉੱਠ ਕੇ ਉਹਨੂੰ ਦੇਖਦੇ ਨੇ। ਉਹ ਹੁਣ ਵੀ ਉੱਚੇ ਉੱਚੇ ਹਾਸੇ ਹੱਸਦਾ ਹੈ, ਆਪਣੀ ਮਾਂ ਨੂੰ ਮਿੱਠੀਆਂ ਕਰਦਾ ਹੈ। ਡੂੰਘੀਆਂ ਤਲੱਤਣਾ ਵੱਲੀ ਵੇਖਦਾ ਹੈ। ਤੀਰਾਂ ਤਲਵਾਰਾਂ ਨੂੰ ਕਸ ਕੇ ਪਕੜਦਾ ਹੈ। ਘੋੜਿਆਂ ਨਾਲ ਦੌੜ ਲਗਾਉਂਦਾ ਹੈ। ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ ਹੈ, ਨਾ ਪਹਾੜੀਆਂ ਦਾ ਰੰਗ ਉਤਰਿਆ, ਨਾ ਹੀ ਧਰਤੀ ਦੇ ਪਿੰਡੇ ਤੋਂ ਉਹਦੀਆਂ ਬੇਪਰਵਾਹ ਪੈੜਾਂ ਮਿਟ ਸਕੀਆਂ ਨੇ। ਉਹਦੇ ਤੀਰਾਂ ਦੀਆਂ ਝੁੰਝਾਂ ਅੱਜ ਵੀ ਖਾਕ ਬਣ ਕੇ ਹਵਾ 'ਚ ਉੱਡਦੀਆਂ ਨੇ। ਕਲੰਗੀਆਂ ਲਹਿਰਾਉਂਦੀਆਂ ਨੇ। ਬਾਜ ਧਰਤੀਆਂ ਤੇ ਉਤਰਦੇ ਨੇ। ਹੁਣ ਵੀ ਡੂੰਘੇ ਜੰਗਲਾਂ 'ਚੋਂ ਅਕਾਲ ਉਸਤਤ ਦੇ ਆਵਾਜ਼ੇ ਉੱਠਦੇ ਨੇ। ਤੂੰ ਹੀ 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 ਤੂੰ ਹੀ। जो गोहबंद किया भला किया। ਧੰਨਵਾਦ ਜੀ ਸਾਰਿਆਂ ਦਾ। ਤੁਸੀਂ ਸੁਣ ਕੇ ਹਟਿਓ ਹਰਮਨਜੀਤ ਦੀ ਬਹੁਤ ਵੱਡੀ ਕਿਰਪਾ ਹੈ ਇਸ ਛੋਟੇ ਭਾਈ ਤੇ। ਚੜ੍ਹਦੀ ਵਰੇਸ ਵਾਲੇ 30 ਸਾਲ ਤੋਂ ਛੋਟੀ ਉਮਰ ਹੈ। ਖਿਆਲਾ ਕਲਾਂ ਪਿੰਡ ਹੈ ਮਾਨਸਾ ਦੇ ਕੋਲ। ਪਤਾ ਨਹੀਂ ਉਹਦੀ ਕਲਮ ਤੋਂ ਸਾਹਿਬ ਕੀ ਲਿਖਾ ਰਹੇ ਨੇ। ਆ ਸ਼ਬਦ ਪੜ੍ਹਨੇ ਔਖੇ ਆ ਜਿਸ ਤਰ੍ਹਾਂ ਉਹਨੇ ਲਿਖੇ ਨੇ। ਰੱਬੇ ਜਾਣਦਾ ਹੈ ਕਿਹੜੀ ਕੁਦਰਤ ਵਸ ਰਹੀ ਹੈ ਉਹਦੇ ਸਾਹਾਂ ਦੇ ਵਿੱਚ। ਐਲੈਕਸ ਫਰੇਜ਼ਰ ਬੰਦ ਆ ਜੀ ਦੋਨਾਂ ਪਾਸਿਓਂ। ਉੱਪਰ ਆਈਸ ਕਰਕੇ ਬਿਲਕੁਲ ਬੰਦ ਕਰ ਦਿੱਤਾ ਹੈ। ਬਦਲਵਾਂ ਰੂਟ ਲੈ ਲਿਓ 604 204 0600 ਜੇ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਹੋਵੇ। ਦਸ਼ਮੇਸ਼ ਨੂੰ ਯਾਦ ਕਰਦੇ ਉਹਦੀ ਅਰਦ ਅਪੀਲ ਸੀ ਰੱਬ ਅੱਗੇ। ਮੇਰੀ ਮਾਲਕਾ ਪੂਰੀ ਫਰਿਆਦ ਕਰਦੇ ਓ ਮੇਰਾ ਪਿਤਾ ਲਿਆ
ਕੋਈ ਸੰਸਕਾਰ ਵੀ ਨਾ ਕਾਲੀ ਬਾਲੀ ਸੀ ਰਾਤ ਮਜਬੂਰੀਆਂ ਦੀ ਨੀਲੇ ਵਾਲਿਆ ਤੇਰੇ ਤੇ ਕਹਿਰ ਵੱਖਰਾ ਤੇਰੇ ਮੱਥੇ ਨਾ ਚੂੜੀ ਤੇ ਵੱਟ ਦਿਸਦਾ ਤੇਰਾ ਆਸ਼ਕਾ ਜੱਗ ਤੋਂ ਬੈਰ ਵੱਖਰਾ ਸਿਰ ਤੇ ਆਜ਼ਾਦੀਆਂ ਮੁੱਲ ਲੈਂਦਾ ਤੇਰਾ ਫੱਕਰ ਜੱਗ ਤੋਂ ਖੈਰ ਵੱਖਰਾ ਦੁਖੀਏ ਤਾਰਦਾ ਫਿਰੇ ਫਕੀਰ ਬਣ ਕੇ ਤੇਰਾ ਵਾਰੀਆਂ ਨਾਲ ਵੀ ਵੈਰ ਵੱਖਰਾ ਗਗਨ ਸਿੰਘ ਉਹਨਾਂ ਨੇ ਅੱਜ ਬੇਨਤੀ ਕੀਤੀ ਹੈ। ਉਹ ਕਹਿੰਦੇ ਮੇਰੀ ਜਿਹੜੀ ਮਨੀ ਐਕਸਚੇਂਜ ਵਾਲੀ ਐਡਵਰਟਾਈਜ਼ਮੈਂਟ ਚਾਹੇ ਨਾ ਕਿਉਂ ਪਰ ਸਮੂਹ ਗੁਰੂ ਪਿਆਰਿਆਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਿ ਅੱਜ ਵੈਸਟਰਨ ਵਰਲਡ ਦੀ ਪੱਛਮ ਦੇ ਵਿੱਚ ਕ੍ਰਿਸਮਸ ਈਵ ਹੈ। ਤੁਹਾਨੂੰ ਵਾਸਤਾ ਹੈ ਗੁਰੂ ਦਿਆਂ ਲਾਲਾਂ ਨੂੰ ਕਿਰਪਾ ਕਰਕੇ ਸ਼ਰਾਬ ਦੀਆਂ ਪਾਰਟੀਆਂ ਦੀ ਜਗ੍ਹਾ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬ ਦੇ ਸਨਮੁਖ ਖਲੋ ਕੇ ਸਾਹਿਬਜ਼ਾਦਿਆਂ ਨੂੰ ਸਿਜਦਾ ਕਰੀਏ। ਗਗਨ ਸਿੰਘ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਸਾਰਿਆਂ ਨੂੰ ਸਾਨੂੰ ਜ਼ਰੂਰ ਪਹੁੰਚਣਾ ਚਾਹੀਦਾ। ਸਮੀਰ ਕੌਸ਼ਲ ਜੀ ਉਹਨਾਂ ਨੇ ਮੇਰੇ ਤੋਂ ਬਾਅਦ ਪ੍ਰੋਗਰਾਮ ਕਰਨਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਟ੍ਰੈਫਿਕ ਜਿਹੜੀ ਬਿਲਕੁਲ ਬੰਦ ਹੈ ਐਲੈਕਸ ਫਰੇਜ਼ਰ ਦੀ, ਸ਼ਾਇਦ ਥੋੜ੍ਹਾ ਸਮਾਂ ਲੱਗ ਜਾਵੇ ਅਤੇ ਮੈਂ ਕੋਸ਼ਿਸ਼ ਕਰਾਂਗਾ ਖਬਰਾਂ ਤੋਂ ਬਾਅਦ ਜਦ ਤੱਕ ਉਹ ਆਉਂਦੇ ਨਹੀਂ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਰਹਾਂ, ਕਿਉਂਕਿ ਦੂਸਰੇ ਪਾਸੇ ਤਾਂ ਆਪਣਾ ਸ਼ੋਅ ਅੱਜ ਹੈ ਨਹੀਂ ਅਤੇ ਹੁਣ ਬੈਠੇ ਹਾਂ ਨਾਲ ਤੁਹਾਡੇ, ਜਦ ਤੱਕ ਮੈਂ ਗੱਲਾਂ ਬਾਤਾਂ ਕਰਾਂਗਾ ਜਦ ਤੱਕ ਉਹ ਆਉਂਦੇ ਆ। ਕੁਛ ਖਬਰਾਂ ਦੀ ਸਾਂਝ ਅਤੇ ਤੁਸੀਂ ਵੀ ਸ਼ਾਮਲ ਹੋਣਾ 604 204 0600 6042040600। ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਖਬਰਾਂ ਜਿਹੜੀਆਂ ਇੱਕ ਦੋ ਵੱਡੀਆਂ ਨੇ ਉਹਦੇ ਵਿੱਚ ਇਹ ਹੈ ਕਿ ਯੂਕਰੇਨ ਅਤੇ ਰਸ਼ੀਆ ਦਾ ਜਿਹੜਾ ਨਾ ਰਸ਼ੀਆ ਜ਼ੋਰ ਪਾ ਰਿਹਾ ਕਿ ਯੂਕਰੇਨ ਨੈਟੋ ਦੇ ਵਿੱਚ ਨਾ ਆਵੇ। ਨੈਟੋ 'ਚ ਜੇ ਆਉਂਦਾ ਤਾਂ ਯੂਕਰੇਨ ਦੇ ਵਿੱਚ ਹਥਿਆਰ ਨੇ ਜਿਹੜੇ ਜਾਂ ਉੱਥੇ ਮਿਜ਼ਾਈਲ ਸਿਸਟਮ ਹੈ ਜਿਹੜਾ ਉਹ ਲਾ ਦਿੱਤਾ ਜਾਵੇਗਾ ਅਤੇ ਉਹਦੇ 'ਚ ਫਿਰ ਉਹਨਾਂ ਦੇ ਸਾਹਮਣੇ ਇੱਕ ਵੱਡੀ ਮੁਸ਼ਕਿਲ ਸੀ। ਇਵੈਂਚੁਅਲੀ ਰਸ਼ੀਆ ਨੇ ਯੂਕਰੇਨ ਟੇਕ ਓਵਰ ਕਰਨਾ ਜਦ ਮਰਜ਼ੀ ਕਰ ਲਵੇ। ਹੁਣ ਜਿਹੜੀ ਉਹ ਕਰਚ ਦੀ ਖਾੜੀ ਹੈ ਉਹਨੂੰ ਘੇਰੀ ਬੈਠਾ ਯੂਕਰੇਨ, ਪਾਣੀ ਵਾਲੇ ਪਾਸੇ ਤਾਂ ਉਹਨੇ ਤੋੜ ਦਿੱਤਾ ਅਤੇ ਬਹੁਤ ਵੱਡੀ ਜਿਹੜੀ ਫੌਜ ਹੈ ਉਹਨੇ ਨਵੰਬਰ ਤੋਂ ਦਸੰਬਰ ਤੱਕ ਵੈਸਟਰਨ ਰਸ਼ੀਆ ਦੇ ਵਿੱਚ ਬਹੁਤ ਇਕੱਠੀ ਕੀਤੀ ਹੋਈ ਹੈ। ਵਿੰਟਰ ਵਾਰ ਇਸ ਸਰਦ ਰੁੱਤ ਦੇ ਵਿੱਚ ਜਿਹੜੀ ਹੈ ਉਹ ਹੋ ਸਕਦਾ ਹਮਲਾ ਹੋਵੇ। ਅਲਟੀਮੇਟਮ ਦੇਈ ਬੈਠਾ ਨੈਟੋ ਵਾਲੇ ਨੇ, ਉਹ ਨਾਲ ਖੜਨਾ ਚਾਹੁੰਦੇ ਨੇ ਅਤੇ ਇਹਦੇ ਲਈ ਇਹ ਜਿਹੜਾ ਕੁਝ ਨਹੀਂ ਪਤਾ ਕਿੱਧਰ ਨੂੰ ਗੱਲ ਜਾਣੀ ਹੈ। ਦੂਸਰੀ, ਪੰਜਾਬ ਤੋਂ ਹੁਣੇ ਨਵਕਿਰਨ ਨੇ ਜਿਹੜੀ ਜਾਣਕਾਰੀ ਭੇਜੀ ਆ ਕਿ ਵੀਰਵਾਰ ਨੂੰ ਲੁਧਿਆਣੇ ਦੇ ਜ਼ਿਲ੍ਹਾ ਅਦਾਲਤ ਦੇ ਜਿਹੜਾ ਧਮਾਕਾ ਹੋਇਆ ਉਹ 'ਚ ਜਿਹੜਾ ਵਿਅਕਤੀ ਮਾਰਿਆ ਗਿਆ ਉਹ ਸਾਬਕਾ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਹੈ। 2 ਸਾਲ ਦੀ ਕੈਦ ਤੋਂ ਬਾਅਦ 2019 'ਚ ਉਹ ਬਰਖਾਸਤ ਕੀਤਾ ਗਿਆ। ਸਤੰਬਰ ਮਹੀਨੇ 'ਚ ਉਹਨੂੰ ਰਿਹਾ ਕੀਤਾ ਗਿਆ ਅਤੇ ਲੋਕਾਂ ਨੇ ਇਹ ਵੀ ਦੱਸਿਆ ਕਿ ਗਗਨਦੀਪ ਸਿੰਘ ਨੂੰ ਦੇ ਨਸ਼ੇ ਨਾਲ ਸੰਬੰਧ ਸਨ। ਤੋ ਇਹ ਹੁਣ ਉਹ ਨੌਕਰੀ ਤੋਂ ਕੱਢਿਆ, ਸਰਕਾਰ ਨਾਲ ਦੁਖੀ ਸੀ ਜਾਂ ਉਹ ਕਿਸੇ ਲਈ ਕੰਮ ਕਰ ਰਿਹਾ ਸੀ ਤਾਂ ਰੱਬ ਜਾਣਦਾ, ਪਰ ਲੱਭਿਆ ਗਿਆ ਕਿ ਉਹ ਸਾਬਕਾ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ। ਦੂਜੇ ਬੰਨੇ ਕਪੂਰਥਲੇ ਵਾਲੇ ਪਾਸੇ ਜਿਹੜਾ ਮੁੱਖ ਸੇਵਾਦਾਰ ਫੜਿਆ ਗੁਰਦੁਆਰੇ ਦਾ, ਉਹਦੇ ਇੱਕ ਸੀਨੀਅਰ ਪੁਲਿਸ ਅਫਸਰ ਨਾਲ ਸੰਬੰਧ ਨੇ। ਮੁੰਡਾ ਉਹਦਾ ASI ਇੰਟੈਲੀਜੈਂਸੀ 'ਚ, ਅਤੇ ਜਿਹੜਾ ਉਹਨੇ ਬੰਦਾ ਫੜਿਆ ਉਹ ਕਿਵੇਂ ਫੜਿਆ ਇਹ ਰੱਬ ਜਾਣਦਾ। ਜਿਹੜਾ ਆਉਂਦਾ ਨਾ ਸਦਨੇ ਕਸਾਈ ਵਾਂਗੂ ਪੰਜਾਬ ਨਾਲ ਉਹ ਕੁਛ ਕਰਦਾ ਜਿਹੜਾ ਕਦੇ ਨਹੀਂ ਹੋਇਆ, ਨਵੀਂ ਚੀਜ਼ ਕਰਦਾ, ਨਵੀਂ।
ਹੈਰਾਨੀ ਹੈ ਇਹ ਵਸਦਾ ਗੁਰਾਂ ਦੇ ਨਾਂ 'ਤੇ ਚੱਲ ਕਿਵੇਂ ਰਿਹਾ 47 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਹੈ ਹਲੇ ਉਹ ਕਿਵੇਂ ਸਰਵਾਈਵ ਕਰ ਰਿਹਾ, ਕਿਵੇਂ ਸਹਿਕ ਰਿਹਾ, ਰੱਬ ਜਾਣਦਾ। ਖਬਰਾਂ ਸੁਣਾ ਦਿਆਂ ਜਦ ਤੱਕ ਸਮੀਰ ਕੌਸ਼ਲ ਜੀ ਆਉਂਦੇ ਨੇ, ਆਪਾਂ ਹੋਰ 10-20 ਮਿੰਟ ਗੱਲਾਂ ਬਾਤਾਂ ਕਰਾਂਗੇ।